प्यारे दर्शकों सत श्री अकाल नमस्कार आदाब। अज दे लाइव प्रोग्राम दे विच मेरे नाल हरियाणा सिख गुरुद्वारा प्रबंधक कमेटी के प्रधान जथेदार बलजीत सिंह दादूवाल नाल हन। उन्हां नाल कुछ अहम मुद्दों के उपर गलबात करांगे। संत जी साडे स्टूडियो च आउण ते तुहाडा बहुत बहुत धन्नवाद। ते अज दे प्रोग्राम दे विच असीं अपने दर्शकों नूं दस देना चाहुंदे हां कि जथेदार जी पिछले दिनी 14 अक्तूबर नूं असीं एक टीवी प्रोग्राम का जिहड़ा लैफ्ट एंड राइट न्यूज़ लैफ्ट एंड राइट का उद्घाटनी प्रोग्राम किया सी। उस प्रोग्राम दे विच वख-वख राजनीतिक पार्टियां दे आगू भी आए सी ते जथेदार दादूवाल भी शामिल होए सी। किसी सज्जण ने उन्होंने ये बनाता भी बीजेपी का प्रोग्राम सीगा। ये बीजेपी का प्रोग्राम नहीं सी, ये साडा जिहड़ा न्यूज़ लैफ्ट एंड राइट का प्रोग्राम सीगे जिहदे विच कांग्रेस पार्टी पंजाब के प्रधान सुनील जाखड़ हुणी आए हुए सीगे। उस दे नाल ही अकाली दल के सीनियर वाइस प्रेजिडेंट जिहड़े आ प्रोफैसर प्रेम सिंह चंदू माजरा हाज़र सीगे। अकाली दल डेमोक्रेटिक के प्रधान जिहड़े आ सुखदेव सिंह ढींडसा हाज़र सीगे। बीजेपी के जिहड़े सीनियर आगू ने ते साबका केंद्रीय राज मंत्री ने अपने विजय सांपला होनी हाज़र सीगे। उस तो इलावा होर कई शख्सियतां हाज़र सीगियां। चंडीगढ़ के स्थानक आगू से हरियाणा के भी आगू हाज़र सीगे। इस करके वो प्रोग्राम किसी एक पार्टी का नहीं सीगा, वो प्रोग्राम साडे चैनल का प्रोग्राम सीगा। इस करके दादूवाल होणां नूं किसी एक प्रोग्राम नाल जां एक धिर नाल जोड़ना गलत है, बेइंसाफी है ते जिहड़े साडे जिहड़े पत्रकारी दे असूल आ उन्हां दे खिलाफ है। इस करके इस किस्म की बेइंसाफी जिहड़ी वो नहीं होनी चाहिए। पत्रकारी दे विच इह हुंदा है, मतलब सानूं जिहड़ा बाहरमुखी ढंग नाल चलना पैंदा है ते उहदे ते चलना चाहिए। गलत किस्म की बयानबाजी नहीं करनी चाहिए। जथेदार जी तुहाडा बहुत बहुत स्वागत है अज दे प्रोग्राम दे विच। असीं ये जानना चाहांगे, साडे दर्शक भी जानना चाहुंदे आ भी तुसीं जदों दा श्रोमणी गुरुद्वारा हरियाणा सिख गुरुद्वारा प्रबंधक कमेटी की प्रधानगी संभाली आ, उस तो बाद तुसीं हरियाणा दे विच की काम काज आरंभे ने, ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ। ਸਭ ਤੋਂ ਪਹਿਲਾਂ ਤਾਂ ਬਲਵਿੰਦਰ ਜੰਮੂ ਜੀ ਤੁਹਾਡਾ ਤੇ ਗਰਵ ਪੰਜਾਬ ਦਾ ਮੈਂ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦਾ ਔਰ ਜਿੰਨੇ ਵੀ ਤੁਹਾਡੇ ਸਰੋਤੇ ਨੇ ਔਰ ਤੁਹਾਡੀ ਸਾਰੀ ਟੀਮ ਨੂੰ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਸੋਹਣਾ ਕੀਤਾ ਤੁਸੀਂ ਆਪਣਾ ਜਿਹੜਾ ਸ਼ੁਰੂਆਤ ਕੀਤੀ ਹੈ ਉਹਦੇ ਵਿੱਚ ਹੀ ਪਿਛਲੇ ਦਿਨਾਂ ਦੇ ਵਿੱਚ ਕੁਝ ਸੋਸ਼ਲ ਮੀਡੀਆ ਤੇ ਕਈ ਸੱਜਣਾਂ ਨੇ ਆਪਣੇ ਫੇਸਬੁੱਕ ਪੇਜਾਂ ਦੇ ਉੱਤੇ ਇਹ ਗੱਲ ਸ਼ੇਅਰ ਕੀਤੀ ਸੀ ਜਿਹਦੇ ਬਾਰੇ ਤੁਸੀਂ ਵਧੀਆ ਕਲੀਅਰ ਜੇ ਕੋਈ ਹੋਰ ਕਰੇ। ਵੈਸੇ ਤਾਂ ਬਹੁਤ ਸਾਰੇ ਵੀਰਾਂ ਨੇ ਉਹ ਫੇਸਬੁੱਕ ਦੇ ਪੇਜਾਂ ਦੇ ਹੇਠਾਂ ਹੀ ਕਰ ਦਿੱਤਾ ਸੀ ਕਲੀਅਰ, ਜਿਹੜੇ ਉਸ ਪ੍ਰੋਗਰਾਮ 'ਚ ਵੀ ਸ਼ਾਮਲ ਸੀਗੇ ਜਾਂ ਜਿਨ੍ਹਾਂ ਨੂੰ ਜਾਣਕਾਰੀ ਸੀ। ਪਰ ਕੁਝ ਵੀਰਾਂ ਨੇ ਜਿਨ੍ਹਾਂ ਦੀ ਬਿਰਤੀ ਐਸੀ ਹੈ ਜਿਸ ਤਰ੍ਹਾਂ ਗੁਰਬਾਣੀ 'ਚ ਕਿਹਾ ਹਰ ਜਸ ਸੁਣੈ ਨਾ ਹਰ ਗੁਣ ਗਾਵੈ ਬਾਤਨ ਹੀ ਅਸਮਾਨ ਗਰਾਵੈ ਐਸੇ ਲੋਗਣ ਸਿਉ ਕਿਆ ਕਹੀਐ ਜੋ ਪ੍ਰਭ ਕੀਏ ਭਗਤ ਤੇ ਬਾਹਜ ਤਿੰਨ ਤੇ ਸਦਾ ਡਰਾਨੇ ਰਹੀਐ। ਗੁਰੂ ਸਾਹਿਬ ਦੀ ਬਾਣੀ ਵਿੱਚ ਜੋ ਭਗਤਾਂ ਦੀ ਬਾਣੀ ਆ ਧੰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਦੇ 'ਚ ਪਾਵਨ ਫਰਮਾਨ ਜਿਹੜਾ ਸਾਡੀ ਅਗਵਾਈ ਕਰਦਾ ਤੇ ਉਹਨਾਂ ਲੋਕਾਂ ਦੇ ਉੱਪਰ ਪੂਰਾ ਢੁਕਦਾ ਜਿਹੜੇ ਇਸ ਤਰ੍ਹਾਂ ਦੇ ਸਮੇਂ ਦੀ ਤਾੜ ਵਿੱਚ ਰਹਿੰਦੇ, ਭਾਵੇਂ ਕਿ ਉਹਨਾਂ ਨੂੰ ਵੀ ਬਾਅਦ ਵਿੱਚ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਸੀ ਜਦੋਂ ਉਹਨਾਂ ਨੇ ਇੱਕ ਪਾਰਟੀ ਨਾਲ ਉਸ ਪ੍ਰੋਗਰਾਮ ਨੂੰ ਜੋੜ ਦਿੱਤਾ ਸੀ। ਕਈਆਂ ਨੇ ਆਪਣੇ ਫੇਸਬੁੱਕ ਪੇਜ ਤੋਂ ਪੋਸਟਾਂ ਵੀ ਹਟਾ ਦਿੱਤੀਆਂ ਸੀ। ਚਲੋ ਮੈਂ ਉਸ ਪਾਸੇ ਬਹੁਤਾ ਵਿਸਥਾਰ ਵਿੱਚ ਨਾ ਜਾਵਾਂ। ਤੁਸੀਂ ਬਹੁਤ ਵਧੀਆ ਕਲੀਅਰ ਕਰ ਦਿੱਤਾ ਕਿ ਉਹਦੇ 'ਚ ਸਾਰੀਆਂ ਪਾਰਟੀਆਂ ਦੇ ਆਗੂ ਤੁਸੀਂ ਬੁਲਾਏ ਸੀਗੇ, ਵੱਖ-ਵੱਖ ਪਾਰਟੀਆਂ ਦੇ ਸੀ ਔਰ ਧਾਰਮਿਕ ਤੌਰ ਤੇ ਤੁਸੀਂ ਮੈਨੂੰ ਬੁਲਾਇਆ ਸੀਗਾ। ਉਹਦੇ 'ਚ ਸੈਸ਼ਨ ਵੀ ਸੀਗਾ ਬਰਗਾੜੀ ਦੇ ਉੱਪਰ ਕਿਉਂਕਿ ਉਸ ਦਿਨ 14 ਅਕਤੂਬਰ ਸੀ ਤੇ 14 ਅਕਤੂਬਰ 2015 ਨੂੰ ਸਾਡੇ 2 ਸਿੰਘ ਸ਼ਹੀਦ ਹੋਏ ਸੀ ਤੇ ਅਨੇਕਾਂ ਜ਼ਖਮੀ। ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੀ ਹਾਜ਼ਰ ਸੀ। ਉਹ ਵੀ ਹਾਜ਼ਰ ਸੀ ਔਰ ਆਪ ਦੇ ਹਰਪਾਲ ਸਿੰਘ ਚੀਮਾ ਜਿਹੜੇ ਵਿਰੋਧੀ ਧਿਰ ਦੇ ਨੇਤਾ ਵਿਧਾਨ ਸਭਾ 'ਚ ਵੀ ਹਾਜ਼ਰ ਸੀ। ਬਹੁਤ ਸਾਰੇ ਪਤਵੰਤੇ ਸੱਜਣ ਤੁਹਾਡਾ ਜਿਹੜਾ ਬੜਾ ਸਕਸੈਸ ਪ੍ਰੋਗਰਾਮ ਸੀਗਾ ਔਰ ਮੈਂ ਉਸ ਗੱਲ ਦੀ ਵੀ ਤੁਹਾਨੂੰ ਵਧਾਈ ਦਾਂਗਾ। ਤੁਸੀਂ ਉਸ ਦਿਨ ਲੈਫਟ ਐਂਡ ਰਾਈਟ ਟੀਵੀ ਔਰ ਨਿਊਜ਼ ਜਿਹੜਾ ਸੀ ਉਹ ਚਾਲੂ ਕੀਤਾ ਸੀਗਾ। ਅੱਜ ਮੈਂ ਇਹ ਜਿਹੜਾ ਤੁਸੀਂ ਸਵਾਲ ਕੀਤਾ ਹੁਣ ਮੈਂ ਉਸ ਸੰਦਰਭ ਵਿੱਚ ਆ ਜਾਵਾਂ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ 2014 ਦੇ ਵਿੱਚ ਬਕਾਇਦਾ ਵਿਧਾਨ ਸਭਾ 'ਚ ਬਿੱਲ ਪਾਸ ਕਰਕੇ ਹਰਿਆਣਾ ਸਰਕਾਰ ਨੇ ਲਿਆਂਦੀ ਸੀ। ਪਿਛਲੇ 13 ਜੁਲਾਈ ਨੂੰ ਮੈਨੂੰ ਜਰਨਲ ਹਾਊਸ ਦੇ ਵੱਲੋਂ ਉਸ ਦਾ ਜਿਹੜਾ ਸੀਗਾ ਉਹ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਸੀ ਔਰ 13 ਅਗਸਤ ਨੂੰ ਜਿਹੜੀ ਇਲੈਕਸ਼ਨ ਹੋਈ ਸੀ ਮੈਂਬਰ ਸਾਹਿਬਾਨਾਂ ਦੀ ਤੇ ਉਹਦੇ 'ਚ ਮੈਨੂੰ ਇਲੈਕਟਡ ਪ੍ਰੈਜ਼ੀਡੈਂਟ ਜਿਹੜਾ ਸੀਗਾ ਪ੍ਰਧਾਨ ਮੁੱਖ ਸੇਵਾਦਾਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਣਾਇਆ ਗਿਆ ਸੀਗਾ। ਤਾਂ ਉਸ ਵੇਲੇ ਤੋਂ ਜਿਹੜੀਆਂ ਚੇਂਜਸ ਆ ਉਹ ਸਾਰੇ ਮੈਂਬਰ ਸਾਹਿਬਾਨ ਜਿਹੜੇ ਆ ਉਹਨਾਂ ਕੋਲੋਂ ਸੰਗਤਾਂ ਕੋਲੋਂ ਪਤਾ ਕੀਤਾ ਜਾ ਸਕਦਾ ਕਿ ਅਸੀਂ ਉਹਦੇ ਵਿੱਚ ਅਜੇ ਭਾਵੇਂ 2-3 ਮਹੀਨਿਆਂ ਦੀ ਗੱਲ ਆ ਪਰ ਅਸੀਂ ਬੜਾ ਉਹਦੇ 'ਚ ਚੇਂਜਸ ਲਿਆਉਣ ਦੀ ਗੱਲ ਕੀਤੀ ਆ। ਜੋ ਅਸੀਂ ਮਾਡਲ ਚਾਹੁੰਦੇ ਆ ਕਿ
ਆਪਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਔਰ ਦਿੱਲੀ ਸਿੱਖ ਗੁਰਦੁਆਰਾ ਜੋ ਮੈਨੇਜਮੈਂਟ ਕਮੇਟੀ ਆ ਉਸ ਨੂੰ ਇੱਕ ਮਾਡਲ ਦੇਣਾ ਚਾਹੁੰਦੇ ਆ ਕਿ ਹਰਿਆਣੇ ਦੇ ਵਿੱਚ ਜਿੰਨੇ ਵੀ ਗੁਰੂ ਘਰਾਂ ਦੀ ਸੇਵਾ ਹਰਿਆਣਾ ਕਮੇਟੀ ਦੇ ਕੋਲ ਆ ਉਹਨਾਂ 'ਚ ਇਸ ਤਰੀਕੇ ਦੇ ਨਾਲ ਸੇਵਾ ਸੰਭਾਲ ਹੋਵੇ, ਇਸ ਤਰ੍ਹਾਂ ਪ੍ਰਚਾਰ ਪ੍ਰਸਾਰ ਹੋਵੇ, ਜਿਹਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਤਾਂ ਜਿੰਨੇ ਗੁਰਦੁਆਰਾ ਸਾਹਿਬਾਨ ਉਹਨਾਂ ਦੇ ਵਿੱਚ ਮੁਲਾਜ਼ਮਾਂ ਦੀ ਹਾਜ਼ਰੀ ਜਿਹੜੀ ਆ ਉਹ ਸਮੇਂ ਸਿਰ ਉਹਨੂੰ ਯਕੀਨੀ ਬਣਾਇਆ, ਨਿਤਨੇਮ ਆ ਜੋ ਉਸ ਨੂੰ ਯਕੀਨੀ ਬਣਾਇਆ। ਸਾਰੇ ਗੁਰਦੁਆਰਿਆਂ 'ਚ ਗੁਰੂ ਸਾਹਿਬ ਦੇ ਸਰੂਪ ਕਿੰਨੇ ਆ ਮੈਂ ਸਾਰਿਆਂ ਦੀ ਬਕਾਇਦਾ ਲਿਸਟ ਪਿਛਲੇ ਸਮੇਂ ਜਦੋਂ ਮੈਂ ਹਸਪੀਟਲ ਸੀ ਕਰੋਨਾ ਕਰਕੇ ਦਿੱਲੀ ਐਡਮਿਟ ਸੀਗਾ ਤਾਂ ਉਸ ਵੇਲੇ ਮੈਂ ਬਕਾਇਦਾ ਜਿਹੜੇ ਸਾਡੇ ਦਫ਼ਤਰ ਸੈਕਟਰੀ ਆ ਉਹਨਾਂ ਦੀ ਡਿਊਟੀ ਲਾ ਕੇ ਮੈਨੂੰ ਕੱਲੇ ਗੁਰਦੁਆਰਾ ਸਾਹਿਬ ਦੀ ਜਿਹੜੀ ਲਿਸਟ ਸੀ ਮੇਰੇ ਕੋਲ ਔਰ ਮੈਨੂੰ ਜ਼ਬਾਨੀ ਯਾਦ ਆ ਕਿ ਕਿਹੜੇ ਗੁਰੂ ਘਰ ਵਿੱਚ ਕਿੰਨੇ ਸਰੂਪ ਨੇ, ਕਿੰਨੇ ਬਿਰਧ ਸਰੂਪ ਨੇ, ਕਿੰਨੇ ਸੇਵਾਯੋਗ ਸਰੂਪ ਨੇ, ਕਿੰਨੇ ਵਾਡੇਕਾਰੀ ਨੇ, ਕਿੰਨੇ ਸਫਰੀ ਆਕਾਰ ਦੇ ਆ। ਮੈਨੂੰ ਸਾਰੇ ਗੁਰੂ ਘਰਾਂ ਦੀ ਲਿਸਟ ਜਿਹੜੀ ਆ ਉਹ ਮੇਰੇ ਕੋਲ ਆ ਔਰ ਮੈਨੂੰ ਜ਼ਬਾਨੀ ਯਾਦ ਆ। ਇਹ ਸਭ ਤੋਂ ਜ਼ਰੂਰੀ ਆ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਗੁਰੂ ਸਾਹਿਬ ਦੇ ਸਰੂਪਾਂ ਦੇ ਉੱਤੇ ਹੀ ਸ਼੍ਰੋਮਣੀ ਕਮੇਟੀ ਦਾ ਜਿਹੜਾ ਮਸਲਾ ਵਾ ਉਹ ਕਿੰਨੀ ਵੱਡੀ ਪੱਧਰ ਤੇ ਸੰਸਾਰ ਵਿੱਚ ਫੈਲਿਆ, ਜਿਹਦਾ ਪੰਥ ਦੇ ਵਿੱਚ ਬੜਾ ਵਿਵਾਦ ਚੱਲ ਰਿਹਾ। 328 ਸਰੂਪ ਕਿਹਾ ਜਾ ਰਿਹਾ, ਇਸ ਤੋਂ ਵੀ ਵੱਧ ਕਿਹਾ ਜਾ ਰਿਹਾ। ਤਾਂ ਸਭ ਤੋਂ ਪਹਿਲਾਂ ਸਰੂਪਾਂ ਦੀ ਜਿਹੜੀ ਜੋ ਗਿਣਤੀ ਸੀ ਔਰ ਸਰੂਪ ਕਿਹਨਾਂ ਹਾਲਾਤਾਂ 'ਚ ਨੇ ਉਹ ਸਾਰੀ ਜਾਣਕਾਰੀ ਮੰਗਵਾਈ। ਉਸ ਤੋਂ ਬਾਅਦ ਜਿਹੜਾ ਸੀ ਅਸੀਂ ਇੱਕ 13 ਫ੍ਰੀ ਡਿਸਪੈਂਸਰੀ ਜੋ ਸਾਡਾ ਮੁੱਖ ਦਫ਼ਤਰ ਆ ਗੁਰਦੁਆਰਾ ਸਾਹਿਬ ਜਿੱਥੇ ਸਾਡਾ ਮੁੱਖ ਦਫ਼ਤਰ ਹਰਿਆਣਾ ਕਮੇਟੀ ਦਾ ਉੱਥੇ ਸ਼ੁਰੂਆਤ ਕਰਨ ਦਾ ਜਿਹੜਾ ਸੀਗਾ ਉਹ ਮਤਾ ਪਾਇਆ ਔਰ ਨਾਲ ਹੀ ਵੱਖਰਾ ਜਿਹੜਾ ਕੈਲੰਡਰ ਹਰਿਆਣੇ ਦਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜਾ ਜਾਰੀ ਹੁੰਦਾ ਨਾਨਕਸਾਈ ਕੈਲੰਡਰ ਉਹ ਵੀ ਅਸੀਂ ਜਿਹੜਾ ਹਰਿਆਣੇ ਦੇ ਵਿੱਚ ਹਰਿਆਣਾ ਕਮੇਟੀ ਵੱਲੋਂ ਛਪਾ ਕੇ ਸੰਗਤਾਂ ਤੱਕ ਪਹੁੰਚਾਉਣ ਦੀ ਗੱਲ ਔਰ ਇਸ ਦੇ ਨਾਲ ਹਰਿਆਣਾ ਸਿੱਖ ਸੰਦੇਸ਼ ਇੱਕ ਮੰਥਲੀ ਮੈਗਜ਼ੀਨ ਇਸ ਦੇ ਨਾਲ ਇੱਕ ਵੱਖਰਾ ਬਣ ਕੇ ਜਿਹੜੇ ਜਿੰਨੇ ਗੁਰਦੁਆਰੇ ਨੇ ਉਹਨਾਂ 'ਚ ਜੋ ਆਮਦਨ ਤੇ ਖਰਚਾ ਮਹੀਨਾਵਾਰੀ ਉਹ ਦਫ਼ਤਰ ਦੇ ਬਾਹਰ ਲਾਇਆ ਜਾਊਗਾ ਬਕਾਇਦਾ ਵੀ ਇਸ ਮਹੀਨੇ 'ਚ ਇੰਨਾ ਜਿਹੜਾ ਖਰਚ ਹੋਇਆ ਇੰਨੀ ਇੱਥੇ ਸੇਵਾ ਆਈ ਭੇਟ ਆਈ ਤੇ ਉਹ ਲਾਇਆ ਜਾ ਰਿਹਾ। ਇਸ ਦੇ ਨਾਲ ਹੀ ਸਭ ਤੋਂ ਪਹਿਲਾਂ ਮੈਂ ਇਹ ਵੀ ਐਲਾਨ ਕੀਤਾ ਸੀਗਾ ਕਿ ਜਿਸ ਤਰ੍ਹਾਂ ਮੈਂ ਪਹਿਲਾਂ ਪ੍ਰਚਾਰ ਪ੍ਰਸਾਰ ਕਰਦਾ ਪਿਛਲੇ 2.5 ਦਹਾਕਿਆਂ ਤੋਂ ਸਾਡਾ ਉਸੇ ਤਰੀਕੇ ਨਾਲ ਚੱਲੇਗਾ। ਮੈਂ ਕੋਈ ਵੀ ਭੱਤਾ ਜਿਹੜਾ ਹਰਿਆਣਾ ਕਮੇਟੀ ਦੀ ਗੋਲਕ 'ਚੋਂ ਜਾਂ ਕੋਈ ਵੀ ਤੇਲ ਦਾ ਖਰਚਾ ਗੱਡੀ ਦਾ ਖਰਚਾ ਜਿਹੜਾ ਉਹ ਨਹੀਂ ਲਾਂਗਾ। ਲੱਖਾਂ ਰੁਪਈਆ ਪਿਛਲੇ 3 ਮਹੀਨਿਆਂ ਦੇ ਵਿੱਚ ਹੀ ਸਾਡਾ ਖਰਚਾ ਆਇਆ ਹਰਿਆਣਾ ਕਮੇਟੀ ਦੇ ਕਾਰਜਾਂ ਦੇ ਉੱਤੇ, ਪਰ ਅਸੀਂ ਉਹ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਹਰਿਆਣਾ ਸਾਡੀ ਆ ਉਹਦੇ ਹੀ ਗੋਲਕ ਤੇ ਕੋਈ ਬੋਝ ਨਹੀਂ ਪਊ। ਜਿੱਦਾਂ ਸਾਡਾ ਪਹਿਲਾਂ ਪ੍ਰਚਾਰ ਪ੍ਰਸਾਰ ਦਾ ਸੰਗਤਾਂ ਵੱਲੋਂ ਚੱਲਦਾ ਸੀ ਉਸੇ ਤਰ੍ਹਾਂ ਚੱਲੂ। ਕੁਝ ਤਬਦੀਲੀਆਂ ਜਿਹੜੀਆਂ ਉਹ ਅਸੀਂ ਲਿਆਉਣ ਦੀ ਕੋਸ਼ਿਸ਼ ਕੀਤੀ ਔਰ ਨਾਲ ਹੀ ਜਿਹੜੇ ਟੈਲੈਂਟਡ ਬੱਚੇ ਆ ਗਰੀਬ ਪਰਿਵਾਰਾਂ ਦੇ ਅਸੀਂ ਇੱਕ ਮਤਾ ਇਹ ਵੀ ਰੱਖਿਆ ਕਿ ਉਹਨਾਂ ਨੂੰ IAS IPS ਦੀ ਕੋਚਿੰਗ ਜਿਹੜੀ ਆ ਉਹ ਹਰਿਆਣਾ ਕਮੇਟੀ ਵੱਲੋਂ ਬਕਾਇਦਾ ਦਿੱਤੀ ਜਾਊਗੀ। ਆਉਣ ਵਾਲੇ ਸਮੇਂ ਜਦੋਂ ਸਾਰੇ ਗੁਰੂ ਘਰਾਂ ਦਾ ਪ੍ਰਬੰਧ ਸਾਡੇ ਕੋਲ ਆ ਜਾਂਦਾ ਤੇ ਅਸੀਂ ਜਿਸ ਤਰ੍ਹਾਂ ਪਹਿਲਾਂ ਕਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਕਾਲਰਸ਼ਿਪ ਤੇ ਵਿਦੇਸ਼ਾਂ ਦੇ ਵਿੱਚ ਬੱਚੇ ਪੜ੍ਹ ਕੇ ਆਏ ਸੀ ਔਰ ਮੈਨੂੰ ਇਹ ਵੀ ਪਤਾ ਲੱਗਿਆ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਰਹੇ ਸਰਦਾਰ ਪ੍ਰਤਾਪ ਸਿੰਘ ਕੈਰੋਂ ਉਹ ਆਪਣਾ ਸ਼੍ਰੋਮਣੀ ਕਮੇਟੀ ਦੀ ਸਕਾਲਰਸ਼ਿਪ ਦੇ ਵਿਦੇਸ਼ ਤੋਂ ਪੜ੍ਹੇ ਸੀਗੇ ਜੀ। ਹਾਂਜੀ, ਵਿਦੇਸ਼ ਤੋਂ ਪੜ੍ਹ ਕੇ ਆਏ ਸੀਗੇ ਔਰ ਸਕਾਲਰਸ਼ਿਪ ਸ਼੍ਰੋਮਣੀ ਕਮੇਟੀ ਦੀ ਸੀ। ਸੋ ਇਸ ਤਰ੍ਹਾਂ ਅਸੀਂ ਹਰਿਆਣਾ ਕਮੇਟੀ ਵੱਲੋਂ ਜਿਹੜਾ ਹੈਗਾ ਉਹ ਅਸੀਂ ਕਾਰਜ ਆਰੰਭੇ ਆ ਜਾਂ ਜਿਸ ਤਰ੍ਹਾਂ ਪਿਛਲੇ ਸਮੇਂ ਕਿਸਾਨ ਸੰਘਰਸ਼ ਵੀ ਚੱਲਿਆ ਜਾਂ ਹੋਰ ਗੁਰੂ ਕੇ ਲੰਗਰਾਂ ਦੀ ਸੇਵਾ ਇਸ ਤਰ੍ਹਾਂ ਦੀਆਂ ਸੇਵਾਵਾਂ ਜਿਹੜੀਆਂ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਾਲ ਹੀ ਧਰਮ ਪ੍ਰਚਾਰ ਭਾਵੇਂ ਕਿ ਕਰੋਨਾ ਮਹਾਮਾਰੀ ਕਰਕੇ ਵੱਡੇ ਇਕੱਠ ਨਹੀਂ ਹੋ ਸਕਦੇ ਪਰ ਪਿਛਲੇ ਸਮੇਂ 'ਚ ਮੈਂ ਕੁਝ ਗੁਰੂ ਘਰਾਂ ਦੇ ਵਿੱਚ ਜਿਹੜੇ ਆ ਗੁਰਮਤਿ ਸਮਾਗਮ ਵੀ ਕੀਤੇ। ਆਉਣ ਵਾਲੇ ਦਿਨਾਂ 'ਚ ਸਾਡੇ ਦਸਤਾਰ ਮੁਕਾਬਲੇ ਔਰ ਨਾਲ ਕੀਰਤਨ ਦਰਬਾਰ ਤੇ ਅੰਮ੍ਰਿਤ ਸੰਚਾਰ ਦੇ ਪ੍ਰੋਗਰਾਮ ਵੀ ਉਲੀਕੇ ਹੋਏ ਆ। ਜਥੇਦਾਰ ਜੀ ਇਹ ਹੁੰਦਾ ਇੱਕ ਜੇ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਦੇਖੀਏ ਜਾਂ ਦਿੱਲੀ ਸਿੱਖ ਮੈਨੇਜਮੈਂਟ ਕਮੇਟੀ ਵੱਲੋਂ ਦੇਖੀਏ ਤੇ ਉਹਨਾਂ ਨੇ ਬਕਾਇਦਾ ਇੱਕ ਕੈਲੰਡਰ ਬਣਾਇਆ ਹੁੰਦਾ ਜਾਂ ਕਿਸੇ ਐਜੂਕੇਸ਼ਨ ਇੰਸਟੀਚਿਊਸ਼ਨ ਵੱਲ ਵੀ ਦੇਖ ਲਈਏ ਇੱਕ ਕੈਲੰਡਰ ਬਣਾ ਲੈਂਦੇ ਆ। ਤੁਸੀਂ ਵੀ ਕੋਈ ਇਹੋ ਜਿਹਾ ਕੈਲੰਡਰ ਬਣਾਇਆ ਜਿਹਦੇ ਵਿੱਚ ਤੁਹਾਡੇ ਸਾਲ ਭਰ ਦੇ ਪ੍ਰੋਗਰਾਮ ਹੋਣ ਵੀ ਹਰਿਆਣੇ ਦਾ ਜਿੰਨਾ ਤੁਹਾਡੇ ਕੋਲ ਅਧਿਕਾਰ ਖੇਤਰ ਹੈ ਉਹਦੇ ਗੁਰਦੁਆਰੇ ਤੇ ਬਾਕੀ ਜਿਹੜਾ ਤੁਸੀਂ ਸਿੱਖੀ ਦਾ ਪ੍ਰਚਾਰ ਕਰਨਾ ਇਹੋ ਜਿਹਾ ਕੋਈ ਕੈਲੰਡਰ ਬਣਾਇਆ ਤੁਸੀਂ? ਇਹੀ ਜਿਹੜਾ ਸਾਡਾ ਕੈਲੰਡਰ ਛਪ ਰਿਹਾ ਸਾਲ ਦਾ ਜਿਹੜਾ ਨਾਨਕਸਾਈ ਕੈਲੰਡਰ ਉਹਦੇ ਵਿੱਚ ਬਕਾਇਦਾ ਉਹ ਡੇਟਾਂ ਦਿੱਤੀਆਂ ਜਾਣਗੀਆਂ ਕਿ ਜਿੱਥੇ ਜਿੱਥੇ ਜੋ ਪ੍ਰੋਗਰਾਮ ਕੀਤੇ ਜਾਣਗੇ। ਬਾਕੀ ਜਿਹੜੇ ਪ੍ਰੋਗਰਾਮ ਪੂਰੇ ਹਰਿਆਣੇ 'ਚ ਜਿਵੇਂ ਮੈਨੂੰ ਕਈ ਥਾਵਾਂ ਤੇ ਮੈਂ ਜਾ ਆਇਆ ਜਿਵੇਂ ਕਰਨਾਲ ਦੇ ਵਿੱਚ ਆਪਣਾ ਔਰ ਇਸੇ ਤਰ੍ਹਾਂ ਕੁਰਸ਼ੇਤਰ ਦੇ ਪਹੇਵਾ ਔਰ ਇਸੇ ਤਰ੍ਹਾਂ ਰਤੀਆ ਜਿਹੜਾ ਹਰਿਆਣਾ ਕਮੇਟੀ ਦੇ ਜਿਹੜੇ ਸਾਡੇ ਮੈਂਬਰ ਸਾਹਿਬਾਨ ਉਹਨਾਂ ਵੱਲੋਂ ਪ੍ਰੋਗਰਾਮ ਰੱਖੇ ਗਏ। ਤਾਂ ਇਸੇ ਤਰ੍ਹਾਂ ਸਿੰਘ ਸਭਾਵਾਂ ਜਿਹੜੀਆਂ ਨੇ ਚਾਹੇ ਉਹ ਪਾਣੀਪਤ ਕਰਨਾਲ 'ਚ ਨੇ ਚਾਹੇ ਜਮਨਾ ਨਗਰ ਨੇ ਰੋਹਤਕ ਹੈ ਨਾਰਨੌਲ ਹੈ ਜਾਂ ਆਪਣਾ ਫਰੀਦਾਬਾਦ ਹੈ ਗੁੜਗਾਉਂ ਹੈ ਉਹਨਾਂ ਤੋਂ ਵੀ ਮੈਨੂੰ ਜਿਹੜਾ ਫੋਨ ਸੰਗਤਾਂ ਦੇ ਆਏ ਆ ਕਿ ਅਸੀਂ ਇੱਥੇ ਪ੍ਰੋਗਰਾਮ ਤੇ ਅਸੀਂ ਆਉਣ ਵਾਲੇ ਸਮੇਂ 'ਚ ਧਰਮ ਪ੍ਰਚਾਰ ਕਮੇਟੀ ਜਿਵੇਂ ਅਸੀਂ ਆਪਣੀ ਅਨਾਉਂਸ ਕੀਤੀ ਹੈ ਮੈਂਬਰ ਸਾਹਿਬਾਨਾਂ ਦੀ ਡਿਊਟੀ ਲਾਈ ਹੈ ਔਰ ਨਾਲ ਹੀ ਸਾਡੀ ਇੱਕ ਲੀਗਲ ਕਮੇਟੀ ਵੀ ਬਣੀ ਆ
ਜਿਹੜਾ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਸਾਹਿਬਾਨਾਂ ਦੀ ਡਿਊਟੀ, ਜਿਨ੍ਹਾਂ ਦੇ ਨਾਲ ਮੈਂ ਆਪਣਾ ਪੂਰਾ ਸਹਿਯੋਗ ਕਰਕੇ ਤੇ ਅਸੀਂ ਇਹ ਪ੍ਰੋਗਰਾਮ ਜਿਹੜੇ ਆ ਪੂਰੇ ਹਰਿਆਣੇ ਦੇ ਵਿੱਚ ਆਉਣ ਵਾਲੇ ਸਮੇਂ 'ਚ ਉਲੀਕ ਰਹੇ, ਕੁਝ ਕੀਤੇ ਵੀ ਆ, ਕੁਝ ਆਉਣ ਵਾਲੇ ਦਿਨਾਂ 'ਚ ਅਸੀਂ ਉਲੀਕ ਵੀ ਰਹੇ ਹਾਂ। ਹਰਿਆਣੇ ਦੇ ਵਿੱਚ ਇੱਕ ਗੱਲ ਦੇਖਣ ਨੂੰ ਆਈ ਹੈ, ਪੰਜਾਬ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਈ ਐਜੂਕੇਸ਼ਨਲ ਇੰਸਟੀਚਿਊਟ ਬਣਾਏ ਆ, ਬਹੁਤ ਸਾਰੇ ਸਕੂਲ ਵੀ ਆ, ਹੋਰ ਕਾਲਜ ਵੀ ਆ, ਪਰ ਹਰਿਆਣੇ ਦੇ ਵਿੱਚ ਸ਼ਾਹਬਾਦ ਨੂੰ ਛੱਡ ਦੇ, ਸ਼ਾਹਬਾਦ ਮਾਰਕੰਡਾ ਨੂੰ ਛੱਡ ਦੇ, ਉੱਥੇ ਇੱਕ ਮੈਡੀਕਲ ਕਾਲਜ ਬਣਾਉਣਾ ਸ਼ੁਰੂ ਕੀਤਾ। ਉਹਦੇ ਬਾਰੇ ਵੀ ਕੰਟਰੋਵਰਸੀ ਹੈ ਵੀ ਉਹਦੇ ਤੇ ਕਿਹਦੇ ਅਧੀਨ ਹੋਏਗਾ, ਇਸ ਮਾਮਲੇ ਨੂੰ ਲੈ ਕੇ ਕੰਟਰੋਵਰਸੀ। ਕੀ ਤੁਸੀਂ ਇਹੋ ਜਿਹਾ ਵੀ ਸੋਚਦੇ ਵੀ ਹਰਿਆਣੇ ਦੇ ਵਿੱਚ ਵੀ ਕੋਈ ਸਿੱਖ ਇੰਸਟੀਚਿਊਟ ਬਣਾਉਣੇ ਚਾਹੀਦੇ ਆ, ਕੋਈ ਸਕੂਲ ਬਣਨੇ ਚਾਹੀਦੇ ਆ, ਕੋਈ ਕਾਲਜ ਬਣਨੇ ਚਾਹੀਦੇ, ਇਹੋ ਜਿਹੀ ਤੁਹਾਡੀ ਕੋਈ ਯੋਜਨਾ? ਦੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ 'ਚ ਹਰਿਆਣੇ ਦੇ ਸਾਰੇ ਗੁਰਦੁਆਰੇ ਚੱਲਦੇ ਸੀਗੇ, 60 ਦੇ ਕਰੀਬ ਆ, 1-2 ਘੱਟ ਵੱਧ ਹੋ ਸਕਦੇ ਆ। ਇੰਨੇ ਗੁਰਦੁਆਰਾ ਸਾਹਿਬ ਹਰਿਆਣੇ ਦੇ ਵਿੱਚ ਸੀ, ਔਰ ਬਹੁਤ ਵੱਡੇ ਗੁਰਦੁਆਰਾ ਸਾਹਿਬ ਜਿਨ੍ਹਾਂ ਦੇ ਵਿੱਚ ਬਹੁਤ ਸੰਗਤਾਂ ਦੀ ਆਵਾਜਾਈ ਚੜਾਵਾ, ਜਿਵੇਂ ਗੁਰਦੁਆਰਾ ਨਾਢਾ ਸਾਹਿਬ ਆ, ਗੁਰਦੁਆਰਾ ਪੰਜੋਖਰਾ ਸਾਹਿਬ ਆ, ਗੁਰਦੁਆਰਾ ਮੰਜੀ ਸਾਹਿਬ ਅੰਬਾਲਾ, ਗੁਰਦੁਆਰਾ ਕੁਰਸ਼ੇਤਰ ਆ ਜਿਹੜਾ ਪਾਤਸ਼ਾਹੀ ਸੇਵੀਂ, ਗੁਰਦੁਆਰਾ ਧਮਧਾਨ ਸਾਹਿਬ ਆ, ਗੁਰਦੁਆਰਾ ਸਾਹਿਬ ਜੀਂਦ ਆ। ਸੋ ਇਹ ਵੱਡੀਆਂ ਸੰਸਥਾਵਾਂ ਔਰ ਕਰੋੜਾਂ ਦਾ ਬਜਟ, ਪਰ ਸ਼੍ਰੋਮਣੀ ਕਮੇਟੀ ਕੀ ਕਰਦੀ ਸੀ, ਉਹ ਝੋਲੇ ਭਰਦੀ ਸੀ, ਚੜਾਵੇ ਦੇ ਤੇ ਲੈ ਜਾਂਦੀ। ਉਹਨਾਂ ਇੱਥੇ ਧਿਆਨ ਹੀ ਨਾ ਪ੍ਰਚਾਰ ਤੇ ਦਿੱਤਾ, ਨਾ ਇਸ ਤਰ੍ਹਾਂ ਦੀਆਂ ਜਿਹੜੀਆਂ ਐਜੂਕੇਸ਼ਨ ਸੇਵਾਵਾਂ ਸੀ ਉਹਦੇ ਤੇ ਦਿੱਤਾ। ਜਿਸ ਤਰ੍ਹਾਂ ਪਾਕਿਸਤਾਨ 'ਚ ਵੀ ਜਾਂਦੇ ਸੀ ਗੁਰਪੁਰਬ ਮਨਾਉਣ, ਤਾਂ ਉੱਥੋਂ ਵੀ ਬੋਰੀਆਂ ਭਰ ਕੇ ਲੈ ਆਉਂਦੇ ਸੀ, ਫਿਰ ਉੱਥੇ ਜਿਹੜੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਵੱਖਰੀ ਬਣੀ। ਇਸੇ ਤਰ੍ਹਾਂ ਹਰਿਆਣੇ ਨੂੰ ਵੀ ਤਾਂ ਇਹ ਲੋੜ ਪਈ ਕਿਉਂਕਿ ਇਹਨਾਂ ਨੇ ਕੁਝ ਕੀਤਾ ਨਹੀਂ। ਹੁਣ ਜਿਹੜੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ, ਉਹਦੇ ਕੋਲੇ ਬਜਟ ਬਹੁਤ ਥੋੜਾ ਵਾ। ਏਡਾ ਵੱਡਾ ਬਜਟ ਨਹੀਂ ਹੈ ਕਿ ਉਹ ਵੱਡੀਆਂ ਸੰਸਥਾਵਾਂ ਇਸ ਤਰ੍ਹਾਂ ਦੀਆਂ ਖੋਲ੍ਹ ਸਕਣ। ਤੁਸੀਂ ਸ਼ਾਹਬਾਦ ਦੀ ਮਾਰਕੰਡੇ ਦੀ ਗੱਲ ਕੀਤੀ, ਉੱਥੇ ਜਿਹੜਾ ਬੋਰਡ ਟਰਸਟ ਬਣਿਆ ਉਹਦਾ ਬਾਦਲ ਪਰਿਵਾਰ ਦਾ ਕਬਜ਼ਾ ਵਾ, ਬਾਦਲ ਪਰਿਵਾਰ ਉੱਤੇ ਕਬਜ਼ ਹੋਇਆ ਬੈਠਾ, ਨਾ ਉਹ ਕਾਲਜ ਚੱਲ ਸਕਿਆ ਹੁਣ ਤੱਕ। ਇਹਨਾਂ ਨੇ ਜਿਹੜਾ ਕਰੋੜਾਂ ਅਰਬਾਂ ਰੁਪਈਆ ਸੀ ਉਹ ਲੈ ਆਏ, ਉੱਥੇ ਕੁਝ ਨਹੀਂ ਕੀਤਾ ਹਰਿਆਣੇ 'ਚ। ਤਾਂ ਹੀ ਹਰਿਆਣੇ ਦੇ ਸਿੱਖਾਂ ਨੇ ਵੱਖਰੀ ਕਮੇਟੀ ਦੀ ਮੰਗ ਰੱਖੀ ਸੀ ਤੇ ਉਹ ਬਣੀ ਸੀ। ਹੁਣ ਸਾਡੀ ਕੋਸ਼ਿਸ਼ ਆ ਐਜੂਕੇਸ਼ਨ ਵਾਲੇ ਪਾਸੇ ਵੀ, ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਵਾ ਕੋਚਿੰਗ ਸੈਂਟਰ ਬਾਰੇ, ਔਰ ਇਸੇ ਤਰ੍ਹਾਂ ਇਹ ਗੁਰੂ ਕਿਰਪਾ ਕਰੇ ਆਉਣ ਵਾਲੇ ਸਮੇਂ 'ਚ ਅਸੀਂ ਵਧੀਆ ਤਰੀਕੇ ਨਾਲ ਫਾਈਟ ਕਰ ਰਹੇ ਹਾਂ ਸੁਪਰੀਮ ਕੋਰਟ ਦੇ ਵਿੱਚ ਇਸ ਕੇਸ ਦੀ। ਜੋ ਸਟੇਟਸ ਕੋ ਹੋਇਆ ਕਿ ਉਹ ਸਟੇਟਸ ਕੋ ਟੁੱਟ ਜਾਵੇ ਤੇ ਸਾਰੇ ਗੁਰੂ ਘਰਾਂ ਦਾ ਪ੍ਰਬੰਧ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੇ ਆ ਜਾਵੇ ਤੇ ਅਸੀਂ ਹਰੇਕ ਜ਼ਿਲ੍ਹੇ ਦੇ ਵਿੱਚ ਇਸ ਤਰ੍ਹਾਂ ਦੀ ਵਿਦਿਅਕ ਸੰਸਥਾ ਖੋਲ੍ਹਣ ਦੀ ਜਿਹੜੀ ਆ ਉਹ ਪਲਾਨਿੰਗ ਬਣਾਈ ਬੈਠੇ ਹਾਂ ਕਿ ਜਿੰਨਾ ਬਜਟ ਆ ਹਰਿਆਣੇ ਦਾ, ਹਰਿਆਣੇ ਦੇ ਗੁਰੂ ਘਰਾਂ ਦਾ ਚੜਾਵਾ, ਜਿੰਨੀਆਂ ਜ਼ਮੀਨਾਂ ਜਾਇਦਾਦਾਂ ਨੇ, ਕਿ ਹਰੇਕ ਜ਼ਿਲ੍ਹੇ ਦੇ ਵਿੱਚ ਇਸ ਤਰ੍ਹਾਂ ਦੀ ਇੱਕ ਜਿਹੜੀ ਆ ਉਹ ਵਿਦਿਅਕ ਸੰਸਥਾ ਖੋਲ੍ਹੀ ਜਾ ਸਕਦੀ ਤੇ ਸਾਡਾ ਟੀਚਾ ਅਸੀਂ ਆਉਣ ਵਾਲੇ ਸਮੇਂ 'ਚ ਖੋਲਾਂਗੇ। ਜਿਹੜਾ ਗਰੀਬ ਵਿਦਿਆਰਥੀਆਂ ਲਈ ਤੁਸੀਂ ਕਿਹਾ ਵੀ ਉਹਨਾਂ ਦੀ ਪੜ੍ਹਾਈ ਲਈ ਅਸੀਂ ਕਰਾਂਗੇ ਤਾਂ ਕਿ ਉਹ ਅੱਛੀਆਂ ਜਿਹੜੇ ਹਰਿਆਣੇ ਦੇ ਵਿੱਚ ਹੋਰ ਥਾਵਾਂ ਦੇ ਵਿੱਚ ਅਸਾਮੀਆਂ ਤੇ ਐਡਜਸਟ ਹੋ ਸਕਣ, ਉਹਦੇ 'ਚ ਮੁਕਾਬਲੇ 'ਚ ਆ ਜਾਣ, ਉਹ ਕਦੋਂ ਤੁਸੀਂ ਇੰਸਟੀਚਿਊਟ ਜਿਹੜਾ? ਉਹ ਤਾਂ ਅਸੀਂ ਜਲਦੀ ਹੁਣ ਹੀ ਕਰ ਰਹੇ ਹਾਂ ਕਿਉਂਕਿ ਉਹ ਕੋਚਿੰਗ ਸੈਂਟਰ ਆ, ਕੁਝ ਗਿਣਤੀ ਦੇ ਜਿਵੇਂ 25 ਜਾਂ 50। ਕਿਹੜੀ ਜਗ੍ਹਾ ਖੋਲ੍ਹਣਾ ਤੁਸੀਂ? ਅਸੀਂ ਆਪਣਾ ਗੁਰਦੁਆਰਾ ਸਾਹਿਬ ਪਾਤਸ਼ਾਹੀ 6ਵੀਂ ਤੇ 9ਵੀਂ ਚੀਕਾ ਹੀ ਸੋਚ ਰਹੇ ਹਾਂ। ਅੱਛਾ, ਜਿਹੜਾ ਸਾਡਾ ਜਿੱਥੇ ਮੁੱਖ ਦਫ਼ਤਰ ਆ, ਕਿ ਉਸ ਜਗ੍ਹਾ ਦੇ ਉੱਪਰ ਹੀ ਅਸੀਂ ਉਹਨੂੰ ਬਣਾ ਕੇ ਉਹਦੇ ਵਿੱਚ ਵਧੀਆ ਜਿਹੜੇ IAS ਸਾਡੇ ਕੋਚਿੰਗ ਵਾਸਤੇ ਜਿਹੜੇ ਆਫੀਸਰ ਨੇ, ਚਾਹੇ ਰਿਟਾਇਰਡ ਨੇ, ਉਹਨਾਂ ਦੀਆਂ ਸੇਵਾਵਾਂ ਲੈ ਕੇ ਤੇ ਅਸੀਂ ਉਹ ਜਿਹੜਾ ਕੋਚਿੰਗ ਸੈਂਟਰ ਆ ਉਹ ਚਲਾ ਸਕੀਏ। ਇਸ ਦੇ ਨਾਲ ਹੀ ਜਿਹੜੀ ਹਰਿਆਣੇ ਦੇ ਵਿੱਚ ਜਿਹੜੀ ਕਮੇਟੀ ਬਣੀ ਸੀ, ਇਹਦੇ ਵਿੱਚ ਵੀ ਕਾਫੀ ਮਤਭੇਦ ਉੱਭਰ ਆਏ ਸੀ, ਗਰੁੱਪਬਾਜੀ ਬਣ ਗਈ ਸੀਗੀ, ਉਹ ਹੁਣ ਕਿਵੇਂ ਹੈ? ਉਹਨੂੰ ਹੱਲ ਕਰ ਲਿਆ ਗਿਆ ਜਾਂ ਉਵੇਂ ਪਹਿਲਾਂ ਦੀ ਤਰ੍ਹਾਂ ਬਰਕਰਾਰ ਹੈ? ਦੇਖੋ 6 ਸਾਲਾਂ ਤੋਂ ਜਦੋਂ ਤੋਂ ਕਮੇਟੀ ਚੱਲ ਰਹੀ ਆ, ਗਰੁੱਪਬਾਜੀ ਤਾਂ ਥੋੜੀ ਬਹੁਤੀ ਤਾਂ ਹੁੰਦੀ ਆ। ਮੈਂਬਰ ਸਾਰੇ ਨੋਮੀਨੇਟ ਹੋਏ ਸੀਗੇ, ਉਦੋਂ ਕੋਈ ਇਹ ਨਹੀਂ ਸੀਗੇ ਵੀ ਉਹ ਜਿੱਤ ਕੇ ਆਏ, ਵੱਖ-ਵੱਖ ਪਾਰਟੀ ਦੇ ਸੀਗੇ, ਉਹ ਨੋਮੀਨੇਟ ਮੈਂਬਰ ਹੋਏ ਸੀਗੇ। ਨੋਮੀਨੇਟ ਮੈਂਬਰਾਂ ਦੀ ਜਿਹੜੀ ਕਮੇਟੀ ਉਹ ਚੱਲਦੀ ਆ ਰਹੀ ਕਿਉਂਕਿ ਸਟੇਟਸ ਕੋ ਹੋ ਗਿਆ, ਸਟੇਟਸ ਕੋ ਕਰਕੇ ਉਹ ਸਾਰੀ ਗੱਲ ਰੁਕ ਗਈ ਸੀ। ਨਹੀਂ ਤਾਂ 18 ਮਹੀਨਿਆਂ ਦੇ ਵਿੱਚ ਵਾਰਡਬੰਦੀ ਕਰਕੇ ਵੋਟਾਂ ਬਣਵਾ ਕੇ ਤੇ ਜਿਹੜੀ ਇਲੈਕਸ਼ਨ ਕਰਾਉਣੀ ਸੀਗੀ। ਹੁਣ ਜਿਹੜਾ ਹੈਗਾ ਉਹ ਸਾਰੇ ਮੈਂਬਰ ਜਿਹੜੇ ਸੀ ਇਕੱਠੇ, ਪਰ ਜਦੋਂ ਇਹ ਮੈਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਉਹ ਜਰਨਲ ਹਾਊਸ ਨੇ ਸਾਰੇ ਨੇ ਸਾਂਝੇ ਤੌਰ ਤੇ ਬਣਾਇਆ ਸੀ। ਅੱਜ ਵੀ ਉਹ ਕਾਰਵਾਈ ਰਜਿਸਟਰ ਦੇ ਵਿੱਚ ਮੌਜੂਦ ਆ। ਬਾਅਦ ਵਿੱਚ ਇਲੈਕਸ਼ਨ ਜਿਹੜੀ ਸੀ, ਮਹੀਨਾ ਬਾਅਦ ਇਲੈਕਸ਼ਨ ਰੱਖੀ ਗਈ ਸੀ। ਇਲੈਕਸ਼ਨ ਦੇ ਵਿੱਚ 2 ਗੁੱਟ ਬਣੇ ਸੀ ਕਿਉਂਕਿ 2 ਕੈਂਡੀਡੇਟ ਸੀ, ਦੋਨਾਂ ਦੇ ਗਰੁੱਪ ਬਣ ਗਏ। ਪਰ ਜਦੋਂ ਦੀ ਇਲੈਕਸ਼ਨ ਹੋ ਗਈ ਆ, ਮੈਂ ਉਸੇ ਦਿਨ ਹੀ ਅਨਾਉਂਸ ਕਰਤਾ ਸੀ ਵੀ ਇਹ ਇਲੈਕਸ਼ਨ ਤੱਕ ਆ, ਉਦੋਂ ਬਾਅਦ ਚ ਕੋਈ ਨਹੀਂ, ਸਾਰੇ ਆਪਾਂ ਇੱਕੋ ਹੀ ਆ। ਜਿਹਨੂੰ ਸੇਵਾ ਦਾ ਮੌਕਾ ਸੰਗਤਾਂ ਨੇ ਦੇ ਦਿੱਤਾ, ਮੈਂਬਰ ਸਾਹਿਬਾਨਾਂ ਨੇ, ਉਹ ਸੇਵਾ ਕਰ ਰਿਹਾ, ਸਾਰੇ ਸਹਿਯੋਗ। ਔਰ ਅਸੀਂ ਉਹਨਾਂ ਨੂੰ ਇਹ ਵੀ ਅਪੀਲ ਕੀਤੀ ਕਿ ਜਿਸ ਤਰ੍ਹਾਂ 6 ਸਾਲ ਅਸੀਂ ਤੁਹਾਡਾ ਸਹਿਯੋਗ ਦਿੱਤਾ, ਹੁਣ ਤੁਸੀਂ ਸਾਡਾ ਦਿਓ। ਸੋ ਮੇਰੇ ਵੱਲੋਂ ਜਾਂ ਸਾਡੇ ਵੱਲੋਂ ਕੋਈ ਐਸੀ ਗਰੁੱਪਬਾਜੀ ਵਾਲੀ ਗੱਲ ਨਹੀਂ ਹੈ ਤੇ ਅਸੀਂ ਸਾਰੇ ਮੈਂਬਰ ਜਿਹੜੀ ਐਗਜ਼ੈਕਟਿਵ ਚੁਣੀ ਹੈ, ਐਗਜ਼ੈਕਟਿਵ ਕੰਮ ਕਰ ਰਹੀ ਹੈ। ਜਦੋਂ ਜਰਨਲ ਹਾਊਸ ਦੀ ਮੀਟਿੰਗ ਕਰਾਂਗੇ ਉਸ ਦਿਨ ਪਤਾ ਲੱਗੂਗਾ ਵੀ ਉਹਨਾਂ ਦੇ ਮਨ 'ਚ ਉਹ ਦੂਰ ਹੋਈ ਹੈ ਜਾਂ ਨਹੀਂ ਹੋਈ। ਜਥੇਦਾਰ ਜੀ, ਇੱਕ ਗੱਲ ਦੱਸੋ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਾਉਣ ਲਈ ਕੇਂਦਰ ਸਰਕਾਰ ਨੇ ਗੁਰਦੁਆਰਾ ਚੋਣਾਂ ਬਾਰੇ ਕਮਿਸ਼ਨਰ ਲਾਤਾ,
तो पंजाब हरियाणा हाई कोर्ट के साबका जिहड़े जज आ उन्हां नूं लाया गया। ਉਹਦੇ ਨਾਲ ਚੋਣਾਂ ਦਾ ਪ੍ਰੋਸੈਸ ਜਿਹੜਾ ਉਹ ਸ਼ੁਰੂ ਹੋ ਗਿਆ। ਮਤਲਬ ਉਹਦੇ ਵਿੱਚ ਅਗਲੇ ਦਿਨਾਂ 'ਚ ਵਿੱਚ ਜਸਟਿਸ ਸਾਰੋਂ ਨੇ ਉਹ ਮੇਰਾ ਖਿਆਲ ਆਪਣਾ ਕੰਮਕਾਜ ਜਿਹੜਾ ਉਹਨਾਂ ਨੇ ਸੰਭਾਲ ਲਿਆ ਤੇ ਉਹ ਸ਼ੁਰੂ ਕਰ ਦੇਣਗੇ। ਤੇ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਣਗੀਆਂ, ਹਰਿਆਣੇ ਦੇ ਵਿੱਚ ਵੀ 11 ਸੀਟਾਂ ਨੇ, ਕੀ ਹਰਿਆਣੇ ਦੇ ਵਿੱਚ ਉਹ ਚੋਣ ਹੋਏਗੀ ਜਾਂ ਨਹੀਂ ਹੋਏਗੀ, ਉਹਦੇ ਬਾਰੇ ਤੁਹਾਡਾ ਕੀ? ਦੇਖੋ, ਜਿਹੜਾ ਹਰਿਆਣਾ ਸਰਕਾਰ ਵੱਲੋਂ हरियाणा से गुरुद्वारा प्रबंधक कमेटी बनाई है, बकायदा विधान सभा च बिल पास करके एक्ट बन चुका। उत्थे जिहड़े जस्टिस सारों साहब बनाए आ उन्हां नूं भी साडे वकील साहिबानां नाल गलबात होई आ, चंडीगढ़ दे विच भी सुप्रीम कोर्ट च भी होई आ। जे लोड़ पई तां असीं सुप्रीम कोर्ट दे विच एप्लीकेशन भी दायर करांगे। पर जित्थों तक सानूं लगदा, क्योंकि वो जस्टिस ने जस्टिस सारों साहब उन्हां नूं भी पता है, उन्हां नूं भी पता कि उत्थे इलैक्शन नहीं हो सकदी, क्योंकि उत्थे वक्खरी कमेटी बनी हुई है। हरियाणे की आ जिहड़ी इलैक्शन SGPC दी पंजाब च होएगी जां एक सीट जिहड़ी चंडीगढ़ दी आ ते हिमाचल दी आ, इन्हां ते हो सकदी है, क्योंकि इन्हां दे उत्ते कोई इस तरह की गलबात नहीं। वो सुप्रीम कोर्ट च केस होने करके हरियाणे च इलैक्शन जिहड़ी वो बिल्कुल नहीं हो। मैं सुप्रीम कोर्ट दे और हाई कोर्ट दे भी वकील साहिबानां दी और जिन्हां ने साडे उस वेले जदों 14 दे विच कमेटी बनी आ एक्ट बनाउण दे विच जिन्हां ने पूरी मदद कीती सी, जिन्हां ने सारा कानून वाचिया सीगा, उन्हां तो भी ये सारी मैं जानकारी लई है। तो वो जानकारी जिहड़ी आउण वाले दिनां 'च असीं सारों साहब दे भी ध्यान 'च लिया देंगे। और मैनूं जित्थों तक पता है कि लग्गिया कि उन्हां दे ध्यान विच आ भी गया मसला, तो वो हरियाणे 'च इलैक्शन जिहड़ी है वो नहीं कराउणगे। ये पंजाब दे विच जम्मू अपना पंजाब हिमाचल ते चंडीगढ़ दी एक सीट जिहड़ी इन्हां दी इलैक्शन होएगी, हरियाणे दी इलैक्शन वक्खरी होएगी। अच्छा जी, ਇਹਦੇ ਨਾਲ ਹੀ ਦਾਦੂਵਾਲ ਸਾਹਿਬ ਜਿਹੜਾ 328 ਸਰੂਪਾਂ ਦਾ ਮਾਮਲਾ ਪਹਿਲਾਂ ਘਟਦਾ ਸੀਗਾ, ਪਹਿਲਾਂ ਗਿਣਤੀ ਵੱਖਰੀ ਕਹੀ ਗਈ ਸੀਗੀ, ਬਾਅਦ ਦੇ ਵਿੱਚ 328 ਆਇਆ, ਜਿਹੜੀ ਇੱਕ ਕਮੇਟੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣਾ ਬਣਾਈ ਸੀ। ਪਹਿਲਾਂ ਜਦੋਂ ਇਹ ਸੀਗਾ ਉਹ ਤੋਂ ਬਾਅਦ ਇਹ ਵੀ ਆਇਆ ਵੀ 125 ਸਰੂਪ ਇੱਕ ਵਾਰੀ ਵੱਧ ਛਾਪੇ ਸੀਗੇ, ਮੇਰੇ ਖਿਆਲ 60 ਦੇ ਕਰੀਬ ਇੱਕ ਵਾਰੀ ਛਾਪੇ ਸੀਗੇ। ਉਹਦੇ ਨਾਲ ਗਿਣਤੀ ਜਿਹੜੀ ਹੈ 453 ਜਾਂ ਇਹਦੇ ਆਸ-ਪਾਸ ਬਣਦੀ ਹੈ। ਇਹ ਸਰੂਪਾਂ ਦਾ ਲਾਪਤਾ ਹੋਣ ਬਾਰੇ ਤੁਹਾਡਾ ਕੀ ਕਹਿਣਾ? ਮਤਲਬ ਵੀ ਇਹ ਮਾਮਲਾ ਕਿਉਂ ਇਹਨੂੰ ਇਵੇਂ ਲਿਆ ਜਾਂਦਾ, ਜਦੋਂ ਕਿ ਬੁਰਜ ਜਵਾਰ ਸਿੰਘ ਵਾਲਾ ਇੱਕ ਸਰੂਪ ਚੋਰੀ ਹੋਇਆ ਸੀ ਤੇ ਪੰਜਾਬ ਦੇ ਵਿੱਚ ਕਾਫੀ ਤਹਿਲਕਾ ਮੱਚਿਆ ਸੀ, ਬੜਾ ਰੋਸ ਲੋਕਾਂ ਨੇ ਜ਼ਾਹਰ ਕੀਤਾ ਸੀ। ਉਸ ਸਮੇਂ ਜਦੋਂ ਬੇਅਦਬੀ ਦਾ ਮਾਮਲਾ ਆਇਆ ਸੀ ਕਿ ਕੁਝ ਥਾਵਾਂ ਤੇ ਪੱਤਰੇ ਖਿਲਾਰੇ ਗਏ ਸੀ, ਉਹਦੇ ਨਾਲ ਜਿਹੜਾ ਰੋਸ ਆ ਸਿਖਰਾਂ ਤੇ ਪਹੁੰਚ ਗਿਆ ਸੀਗਾ। ਤੁਸੀਂ ਇਹਦੇ ਬਾਰੇ ਜਿਹੜੇ 328 ਸਰੂਪ ਜਿਹੜੇ ਬਣਦੇ ਆ ਜਾਂ ਜਿਨ੍ਹਾਂ ਦੀ ਚਰਚਾ ਹੁੰਦੀ ਉਹਨਾਂ ਬਾਰੇ ਤੁਸੀਂ ਕੀ ਕਹਿਣਾ? ਦੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਾਡੀ ਮਹਾਨ ਸੰਸਥਾ ਵਾ, ਸਾਡੇ ਬਜ਼ੁਰਗਾਂ ਨੇ ਸ਼ਹਾਦਤਾਂ ਦੇ ਕੇ ਹੋਂਦ ਵਿੱਚ ਲਿਆਂਦੀ ਹੈ, ਪਰ ਜਿਹੜਾ ਮੌਜੂਦਾ ਪ੍ਰਬੰਧ ਆ, ਮੌਜੂਦਾ ਢਾਂਚਾ ਜਦੋਂ ਦਾ ਇੱਕ ਪਰਿਵਾਰ ਦੇ ਕਬਜ਼ੇ ਦੇ ਵਿੱਚ ਆਇਆ ਹੋਇਆ, ਸਾਡੀ ਇਸ ਮਹਾਨ ਸੰਸਥਾ ਦਾ ਉਹਨਾਂ ਨੇ ਭੋਗ ਹੀ ਪਾ ਦਿੱਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂ ਸਮਝਦਾ ਸ਼੍ਰੋਮਣੀ ਗੁਰਦੁਆਰਾ ਘੁਟਾਲਾ ਕਮੇਟੀ ਬਣਾ ਦਿੱਤੀ ਇਹਨਾਂ ਨੇ ਸਰੂਪ ਹੀ ਬਦਲਤਾ। ਔਰ ਘੁਟਾਲੇ ਵੀ, ਸਬਜ਼ੀਆਂ ਦੇ ਘੁਟਾਲੇ, ਦਾਲਾਂ ਦੇ ਘੁਟਾਲੇ, ਤਨਖਾਹਾਂ ਦੇ ਘੁਟਾਲੇ, ਸਰੋਪਿਆਂ ਦੇ ਘੁਟਾਲੇ। ਹੁਣ ਦੁੱਖ ਨਾਲ ਇਹ ਕਹਿਣਾ ਪੈਂਦਾ, ਵੈਸੇ ਤਾਂ ਇਹ ਵੀ ਜਿਹੜੇ ਸੀ ਠੀਕ ਨਹੀਂ ਸੀ, ਪਰ ਉਹਨਾਂ ਨੂੰ ਕਿਸੇ ਹੱਦ ਤੱਕ ਜਰ ਲਿਆ ਜਾ ਸਕਦਾ। ਹੁਣ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦਾ ਘੁਟਾਲਾ ਕਰ ਦਿੱਤਾ। ਜਿਹੜੀ ਗਿਣਤੀ ਦੀ ਵੀ ਗੱਲ ਹੈ, ਇਹ ਤਾਂ 328 ਵਾਲੀ ਵੀ ਜਿਹੜੀ ਪਹਿਲਾਂ 167 ਸਰੂਪਾਂ ਦੀ ਗੱਲ ਸੀਗੀ, ਇਹ 328 ਇਹ ਵੱਧ ਘੱਟ ਗਿਣਤੀ ਜਿਹੜੀ ਆ, ਐਗਜ਼ੈਕਟ ਤਾਂ ਕਿਸੇ ਨੂੰ ਬਾਹਰ ਦਾ ਪਤਾ ਨਹੀਂ, ਸ਼੍ਰੋਮਣੀ ਕਮੇਟੀ ਦੱਸ ਸਕਦੀ ਆ। ਤੇ ਸ਼੍ਰੋਮਣੀ ਕਮੇਟੀ ਦੇ ਜਿਹੜੇ ਲਾਏ ਹੋਏ ਜਥੇਦਾਰ ਨੇ ਗਿਆਨੀ ਹਰਪ੍ਰੀਤ ਸਿੰਘ, ਉਹਨਾਂ ਨੇ 328 ਕਿਹਾ, ਤਾਂ 328 ਜਿਹੜੀ ਉਹਨਾਂ ਦੀ ਜਾਂਚ ਕਮੇਟੀ ਸੀ ਉਹਨਾਂ ਨੇ ਇਹ 328 ਕਿਹਾ, ਤੇ 328 ਦੀ ਗੱਲ ਚੱਲ ਰਹੀ ਹੈ। ਗਿਣਤੀ ਵੱਧ ਘੱਟ ਵੀ ਹੋ ਸਕਦੀ ਹੈ, ਪਰ ਇਹ ਬਹੁਤ ਹੀ ਮੰਦਭਾਗੀ ਗੱਲ ਆ ਕਿ ਦੇਖੋ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਨ੍ਹਾਂ ਨੇ ਗੁਰੂ ਘਰਾਂ ਦਾ ਪ੍ਰਬੰਧ ਸੰਭਾਲਣਾ ਸੀ, ਜਿੱਥੇ ਹੋਰ ਸਾਰਾ ਕੁਝ ਸੰਭਾਲਣਾ ਹੀ ਸਭ ਤੋਂ ਮੁੱਖ ਸੀ, ਉੱਥੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਸੇਵਾ ਸੰਭਾਲ। ਜੇ ਗੁਰੂ ਗ੍ਰੰਥ ਸਾਹਿਬ ਨੇ ਤੇ ਗੁਰਦੁਆਰਾ, ਜੇ ਗੁਰੂ ਗ੍ਰੰਥ ਸਾਹਿਬ ਦੀ ਸੰਭਾਲ ਨਹੀਂ ਆ ਤੇ ਫਿਰ ਉਹਨਾਂ ਨੇ ਹੋਰ ਸੇਵਾ ਸੰਭਾਲ ਕਾਹਦੀ ਕਰਨੀ ਸੀਗੀ। ਇਹ ਬਹੁਤ ਵੱਡੇ ਦੁਖਾਂਤ ਦੀ ਗੱਲ ਆ ਕਿ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਵੀ ਉਹ ਸੰਭਾਲ ਨਹੀਂ ਕਰ ਸਕੇ। 328 ਸਰੂਪ ਇਹ ਤੇ 450 ਸਰੂਪ ਜਿਹੜਾ ਕੈਨੇਡਾ ਦੀ ਬੰਦਰਗਾਹ ਦੇ ਉੱਤੇ ਸਲਾਬਿਆ ਗਿਆ, ਨੁਕਸਾਨਿਆ ਗਿਆ ਸਰੂਪ। ਸੋ ਬਹੁਤ ਵੱਡੀ ਪੱਧਰ ਤੇ ਮੈਂ ਸਮਝਦਾ ਕਿ ਉਹਨਾਂ ਨੂੰ ਨੈਤਿਕਤਾ ਦੇ ਆਧਾਰ ਤੇ ਸਭ ਨੂੰ ਅਸਤੀਫੇ ਦੇ ਦੇਣੇ ਚਾਹੀਦੇ ਸੀਗੇ। ਪਰ ਜਿਸ ਤਰੀਕੇ ਦੇ ਨਾਲ ਲਿਪਾ ਪੋਚੀ ਕੀਤੀ ਗਈ, ਗੁੰਗਲੂਆਂ ਤੋਂ ਮਿੱਟੀ ਝਾੜੀ ਗਈ ਸ਼੍ਰੋਮਣੀ ਕਮੇਟੀ ਵੱਲੋਂ ਜਾਂ ਉਹਨਾਂ ਦੇ ਲਾਏ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ, ਬੜੀ ਮੰਦਭਾਗੀ ਗੱਲ ਆ। ਸਾਡਾ ਇਹੀ ਦੁੱਖ ਆ ਕਿ ਜਿਨ੍ਹਾਂ ਨੂੰ ਅਸੀਂ ਗੁਰੂ ਘਰਾਂ ਦਾ ਪ੍ਰਬੰਧ, ਗੁਰੂ ਸਾਹਿਬ ਦੀ ਸੇਵਾ ਸੰਭਾਲ 'ਚ ਲੋਕਾਂ ਨੇ ਚੁਣ ਕੇ ਲਾਇਆ ਸੀ, ਉਹ ਗੁਰੂ ਸਾਹਿਬ ਦੇ ਸਰੂਪ ਹੀ ਨਹੀਂ ਸੰਭਾਲ ਸਕੇ। ਤੇ ਇਸ ਕਰਕੇ ਨੈਤਿਕਤਾ ਦੇ ਆਧਾਰ ਤੇ ਉਹਨਾਂ ਨੂੰ ਹਟ ਜਾਣਾ ਚਾਹੀਦਾ, ਉਹਨਾਂ ਨੂੰ ਬਣੇ ਰਹਿਣ ਦਾ ਕੋਈ ਹੱਕ ਨਹੀਂ ਆ। ਔਰ ਉਹਨਾਂ ਤੇ ਜਿਨ੍ਹਾਂ ਨੇ ਸਰੂਪਾਂ, ਜਿੱਦਾਂ ਹੁਣ SGPC ਪ੍ਰਧਾਨ ਲੌਂਗੋਵਾਲ ਕਹਿ ਰਿਹਾ ਕਿ ਉਹਨਾਂ ਦੇ ਉੱਤੇ ਜਿਹੜਾ ਹੈਗਾ ਅਸੀਂ
ਧਾਰਮਿਕ ਕਾਰਵਾਈ ਜਿਹੜੀ ਆ ਉਹ ਕਰਵਾਉਣੀ ਤੇ ਕਰਵਾ ਲਈ ਆ। ਇਹਨਾਂ ਤੇ ਫੌਜਦਾਰੀ ਕਾਰਵਾਈ ਸਰਕਾਰੀ ਕਾਰਵਾਈ ਨਹੀਂ। ਹੁਣ ਦੇਖੋ ਗੁਰੂ ਸਾਹਿਬ ਦੇ ਸਰੂਪਾਂ ਨੂੰ ਜਿਹੜਾ ਹੈਗਾ ਦੇ ਕੇ ਤੇ ਪੈਸੇ ਜੇਬ 'ਚ ਪਾਉਣੇ, ਗੁਰੂ ਸਾਹਿਬ ਦੇ ਸਰੂਪਾਂ ਦੇ ਘੁਟਾਲੇ ਕਰਨੇ, ਇਹਨਾਂ ਤੇ ਜਿਹੜਾ ਹੈਗਾ ਇਹ ਫੌਜਦਾਰੀ ਮੁਕੱਦਮੇ ਬਣਦੇ ਆ ਤੇ ਇਹਨਾਂ ਤੇ ਫੌਜਦਾਰੀ ਮੁਕੱਦਮੇ ਹੋਣੇ ਚਾਹੀਦੇ। ਇੱਕ ਬਹਾਨਾ ਉਹਨਾਂ ਦਾ ਕਿ ਦੇਖੋ ਜੀ ਬਾਹਰਲੀ ਕੋਈ ਏਜੰਸੀ ਨੂੰ ਅਸੀਂ ਦਖਲ ਨਹੀਂ ਦੇਣ ਦੇਣਾ। ਹੁਣ ਬਾਹਰ ਦੇਖੋ ਜੇ ਸਰੂਪਾਂ ਦਾ ਇਨਸਾਫ ਮੰਗ ਰਹੀਆਂ ਸੰਗਤਾਂ ਕੁਝ ਬੈਠੀਆਂ ਸੀ, ਭਾਵੇਂ ਕਿ ਅਸੀਂ ਉਹਨਾਂ ਦੀ ਜਿਹੜੀ ਜਗ੍ਹਾ ਚੂਜ਼ ਕੀਤੀ ਉਹਦੇ ਨਾਲ ਸਹਿਮਤ ਨਹੀਂ ਸੀ, ਜਿਹੜੀਆਂ ਸੰਗਤਾਂ ਪ੍ਰੋਟੈਸਟ ਕਰ ਰਹੀਆਂ ਸੀ, ਅਸੀਂ ਕਿਹਾ ਸੀ ਕਿ ਦਰਬਾਰ ਸਾਹਿਬ ਦੇ ਗਲਿਆਰੇ ਤੋਂ ਕੰਪਲੈਕਸ ਤੋਂ ਬਾਹਰ ਪ੍ਰੋਟੈਸਟ ਕਰੋ, ਗੱਲ ਉਨੀ ਜਾਣੀ ਹੈ। ਦਰਬਾਰ ਸਾਹਿਬ ਰੂਹਾਨੀਅਤ ਤੇ ਅਧਿਆਤਮ ਦਾ ਕੇਂਦਰ ਆ, ਉਹਦੇ ਅੰਦਰ ਬੈਠ ਕੇ ਇਸ ਤਰ੍ਹਾਂ ਪ੍ਰੋਟੈਸਟ ਨਾ ਕਰੋ। ਮੈਂ ਪਹਿਲੇ ਦਿਨ ਤੋਂ ਸਹਿਮਤ ਨਹੀਂ ਸੀ ਔਰ ਆਪਣੀ ਸਟੇਟਮੈਂਟ ਮੈਂ ਬਕਾਇਦਾ ਸ੍ਰੀ ਅਕਾਲ ਤਖਤ ਸਾਹਿਬ ਤੇ ਜਿੱਦਣ ਪੰਥ ਦਾ ਇਕੱਠ ਹੋਇਆ ਜਥੇਬੰਦੀਆਂ ਦਾ, ਮੈਂ ਉੱਥੇ ਆਪਣੀ ਸਟੇਟਮੈਂਟ ਦੇ ਦਿੱਤੀ ਸੀ ਤੇ ਉਹ ਵੀ 7 ਮੈਂਬਰੀ ਕਮੇਟੀ 'ਚੋਂ 3 ਮੈਂਬਰ ਉੱਥੇ ਬੈਠੇ ਸੀ ਜਿਹੜੇ ਉਸ ਧਰਨੇ ਦੀ ਮੋਰਚੇ ਦੀ ਅਗਵਾਈ ਕਰ ਰਹੇ ਸੀਗੇ। ਭਾਵੇਂ ਉਸ ਗੱਲ ਨਾਲ ਮੈਂ ਸਹਿਮਤ ਨਹੀਂ, ਪਰ ਮੈਂ ਇਸ ਗੱਲ ਦੀ ਉਦੋਂ ਵੀ ਵੱਧ ਨਿਖੇਧੀ ਕਰਦਾ ਕਿ ਜਿਹੜਾ ਜਥੇਦਾਰ ਜੀ ਕੋਈ ਕਾਲਰ ਆ ਸਾਡੇ ਨਾਲ ਜਿਹੜਾ ਕੋਈ ਆਪਣੀ ਗੱਲ ਕਹਿਣਾ ਚਾਹੁੰਦਾ, ਤੁਹਾਡੇ ਤੋਂ ਕੁਝ ਪੁੱਛਣਾ ਚਾਹੁੰਦਾ। ਹਾਂਜੀ ਦੱਸੋ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਮੈਂ ਸਭ ਤੋਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਕਰਨਾ ਚਾਹੂੰਗਾ ਜੰਮੂ ਜੀ ਕਿ ਤੁਸੀਂ ਅੱਜ ਦਾ ਵਿਸ਼ਾ ਜਿਹੜਾ ਉਹ ਬੜਾ ਵਧੀਆ ਚੁਣਿਆ ਤੇ ਸੰਤ ਸਾਹਿਬ ਨੂੰ ਨਾਲ ਲਿਆ, ਇੱਕ ਸ਼ਲਾਘਾਯੋਗ ਕਦਮ ਹੈ ਤੁਹਾਡਾ ਜੀ। ਹਾਂਜੀ। ਤੇ ਮੇਰਾ ਕੁਐਸਚਨ ਦਾਦੂਵਾਲ ਜੀ ਨੂੰ ਤੇ ਸਭ ਤੋਂ ਪਹਿਲਾਂ ਤਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਦਾਦੂਵਾਲ ਸਾਹਿਬ। ਸਤਿ ਸ਼੍ਰੀ ਅਕਾਲ। ਬੀਤੇ ਦਿਨੀ ਜੋ ਸ਼੍ਰੋਮਣੀ ਕਮੇਟੀ ਤੇ ਸਤਕਾਰ ਕਮੇਟੀ ਵਿਚਾਲੇ ਜਿਹੜਾ ਤਤਕਾਰ ਹੋਇਆ ਜੀ, ਉਹਦੇ ਨਾਲ ਸਿੱਖਾਂ ਦੀਆਂ ਜਿਹੜੀਆਂ ਭਾਵਨਾ ਨੂੰ ਭਾਰੀ ਠੇਸ ਵੱਜੀ ਹੈ। ਕੀ ਅਜਿਹੇ ਕੋਈ ਮਸਲੇ ਹੈ ਜੇ ਸਿੱਖਾਂ ਦੇ ਹੈ ਤਾਂ ਉਹ ਘਰ ਬੈਠ ਕੇ ਜਾਂ ਇੱਕ ਅੰਦਰ ਬੈਠ ਕੇ ਜਿਹੜਾ ਉਹਨਾਂ ਦਾ ਇਹ ਫੈਸਲਾ ਨਹੀਂ ਕੀਤਾ ਜਾ ਸਕਦਾ ਜੀ? ਤੇ ਇੱਕ ਕੁਐਸਚਨ ਮੇਰਾ ਹੋ ਰਿਹਾ ਜੀ ਤੁਹਾਨੂੰ। ਹਾਂਜੀ। ਤੇ ਜੋ ਬਗਰਾੜੀ ਮੋਰਚਾ ਸੀਗਾ ਜੀ, ਉਹਦੇ ਵਿੱਚ ਤੁਹਾਡਾ ਤੇ ਜਿਹੜਾ ਤੁਹਾਡੇ ਨਾਲ ਸਹਿਯੋਗੀ ਧਿਆਨ ਸਿੰਘ ਮੰਡ ਸੀਗੇ, ਉਹਨਾਂ ਦਾ ਰੌਲਾ ਕਾਫੀ ਪਿਆ ਜੋ ਜਗ ਜਾਹਰ। ਸ਼੍ਰੋਮਣੀ ਕਮੇਟੀ ਨੇ ਸ਼੍ਰੋਮਣੀ ਅਕਾਲੀ ਦਲ ਨੇ ਤੁਹਾਡੇ ਤੇ ਇਲਜ਼ਾਮ ਲਗਾਇਆ ਕਿ ਇਹ ਪੈਸੇ ਨੂੰ ਲੈ ਕੇ ਜਿਹੜਾ ਵੰਡ ਨੂੰ ਲੈ ਕੇ ਆ ਜਿਹੜਾ ਉਹ ਰੌਲਾ ਪਿਆ, ਇਹ ਜਿਹੜਾ ਸੀਗਾ ਉਹ ਉਹਨਾਂ ਨੇ ਤੁਹਾਡੇ ਤੇ ਇਲਜ਼ਾਮ ਲਾਇਆ। ਇਹਨਾਂ ਪ੍ਰਤੀ ਤੁਹਾਡਾ ਕੀ ਕਹਿਣਾ ਜੀ? ਥੈਂਕ ਯੂ ਜੀ। ਚਲੋ ਹਾਂਜੀ। ਹਾਂ ਦੇਖੋ ਜਿਹੜੇ ਵੀਰ ਨੇ ਵੀ ਇਹ ਸਵਾਲ ਰੱਖੇ, ਪਹਿਲਾ ਸਵਾਲ ਤਾਂ ਇਹ ਹੈ ਕਿ ਜਿਹੜਾ ਉਹਨਾਂ ਨੇ ਕਿਹਾ ਕਿ ਦਰਬਾਰ ਸਾਹਿਬ ਦੇ ਵਿੱਚ ਜਿਹੜਾ ਤਕਰਾਰ ਹੋਇਆ, ਆਪਾਂ ਉਹਦੀ ਹੀ ਗੱਲ ਕਰ ਰਹੇ ਸੀ ਮਹਾਰਾਜ ਦੇ ਸਰੂਪਾਂ ਦੀ, ਉਹ ਜਗ੍ਹਾ ਗਲਤ ਚੂਜ਼ ਕੀਤੀ ਸੀ ਪਰ ਉਹਨਾਂ ਦੀ ਮੰਗ ਜਾਇਜ਼ ਸੀਗੀ। ਹਾਂਜੀ ਹਾਂਜੀ। ਅਸੀਂ ਇਸ ਗੱਲ ਦੀ ਜਿਹੜਾ ਹੈਗਾ ਉਦੋਂ ਵੀ ਵੱਧ ਨਿਖੇਧੀ ਕਰਦੇ ਹਾਂ ਕਿ ਜਿਹੜਾ ਸ਼੍ਰੋਮਣੀ ਕਮੇਟੀ ਨੇ ਨਰੈਣੂ ਮਹੰਤ ਵਾਲਾ ਰੋਲ ਅਦਾ ਕੀਤਾ। ਉਹਨਾਂ ਨੇ ਜੋ ਉੱਥੇ ਡਾਂਗਾਂ ਮਾਰੀਆਂ, ਛੱਟਾਂ ਲਾਈਆਂ ਬੀਬੀਆਂ ਦੇ ਸਿੰਘਾਂ ਦੇ, ਔਰ ਜਿਸ ਤਰ੍ਹਾਂ ਉਹਨਾਂ ਦਾ ਕਟਾਪਾ ਕੀਤਾ, ਮੁੜ ਕੇ ਪਰਚਾ ਵੀ ਉਹਨਾਂ ਦੇ ਦਰਜ ਕਰਵਾ ਦਿੱਤਾ 307 ਵਰਗੀਆਂ ਸੰਗੀਨ ਧਾਰਾਵਾਂ ਦੇ। ਇੱਕ ਪਾਸੇ ਕਹਿੰਦੇ ਆ ਕਿ ਸ਼੍ਰੋਮਣੀ ਕਮੇਟੀ ਜਿਹੜੀ ਆ ਉਹ ਬਾਹਰਲੀ ਏਜੰਸੀਆਂ ਦਾ ਦਖਲ ਨਹੀਂ ਲਏਗੀ। ਹਾਂਜੀ ਹਾਂਜੀ। ਜਦੋਂ ਆਪਣੀ ਵਾਰੀ ਆ, ਜਦੋਂ ਦੂਜਿਆਂ ਵਾਰੀ ਆ, ਉਦੋਂ ਕੋਲ ਜਾ ਕੇ ਥਾਣੇ ਦੇ ਵਿੱਚ ਰਬਟ ਲਿਖਾਉਂਦੇ ਆ, ਦੋਗਲੀ ਗੱਲ ਆ ਜਾਂਦੀ ਸਾਹਮਣੇ। ਜਿਹੜਾ ਗਲਤ ਜਗ੍ਹਾ ਚੂਜ਼ ਕੀਤੀ ਉਹਨਾਂ ਨੇ, ਉਹ ਧਰਨਿਆਂ ਵਾਲੀ ਜਗ੍ਹਾ ਨਹੀਂ, ਮੁਜ਼ਾਹਰਿਆਂ ਵਾਲੀ ਨਹੀਂ ਆ ਜੋ ਸਤਿਕਾਰ ਕਮੇਟੀ ਦੇ ਸਿੰਘਾਂ ਨੇ ਚੂਜ਼ ਕੀਤੀ ਸੀ। ਮੈਂ ਉਸ ਦੇ ਹੱਕ 'ਚ ਨਹੀਂ ਆ, ਪਰ ਮੈਂ ਉਹਨਾਂ ਦੀ ਮੰਗ ਦੇ ਹੱਕ 'ਚ ਆ। ਜੋ ਉਹਨਾਂ ਨਾਲ ਧੱਕੇਸ਼ਾਹੀ ਹੋਈ ਮੈਂ ਉਹਦੇ ਬਿਲਕੁਲ ਵੀ ਹੱਕ 'ਚ ਨਹੀਂ ਆ। ਮੈਂ ਉਹਦੀ ਸਖਤ ਖਿਲਾਫਤ ਕੀਤੀ ਆ। ਬਕਾਇਦਾ ਮੈਂ ਆਪਣੇ ਟਵੀਟ ਦੇ ਉੱਤੇ ਵੀ, ਆਪਣੀ ਸਟੇਟਮੈਂਟ ਵੱਖ-ਵੱਖ ਟੀਵੀ ਚੈਨਲਾਂ ਤੇ ਵੀ ਹੋਈ ਆ, ਮੈਂ ਉਹਦੇ 'ਚ ਵੀ ਦਿੱਤਾ। ਉਹਦੇ ਵਾਸਤੇ ਤਾਂ ਮੈਂ, ਕਿਉਂਕਿ ਉਹ ਰੂਹਾਨੀਅਤ ਦਾ ਕੇਂਦਰ ਆ, ਅਧਿਆਤਮ ਦਾ ਕੇਂਦਰ ਆ ਦਰਬਾਰ ਸਾਹਿਬ। ਦੁਨੀਆ ਤੋਂ ਸੰਗਤਾਂ ਆਉਂਦੀਆਂ ਨੇ, ਭਾਰਤ ਦੀਆਂ ਵੱਖ-ਵੱਖ ਸਟੇਟਾਂ ਤੋਂ ਆਉਂਦੀਆਂ ਨੇ। ਉੱਥੇ ਸਾਊਥ ਦੇ ਲੋਕ ਆਉਂਦੇ ਆ, ਉੱਥੇ ਕਰਨਾਟਕ, ਉੜੀਸਾ, ਉੱਥੇ ਤਾਮਿਲਨਾਡੂ, ਉੱਥੇ ਗੁਜਰਾਤ ਦੇ ਲੋਕ ਆਉਂਦੇ ਆ। ਉਹਨਾਂ ਨੂੰ ਕੀ ਪਤਾ ਕਿ ਸਾਡਾ ਜਿਹੜਾ ਬਾਦਲਾਂ ਨਾਲ ਕੀ ਰੌਲਾ, ਐਨਜੀਪੀਸੀ ਨਾਲ ਕੀ ਰੌਲਾ। ਉਹ ਤਾਂ ਆਉਂਦੇ ਰੂਹਾਨੀਅਤ ਮੱਥਾ ਟੇਕਣ, ਤੇ ਜੇ ਅਸੀਂ ਉੱਥੇ ਤਲਵਾਰਾਂ ਜਾਂ ਡਾਂਗਾਂ ਲੈ ਕੇ ਘੁੰਮਾਂਗੇ ਨੰਗੀਆਂ, ਆਪਸ 'ਚ ਪੱਗੋ ਪੱਗੀ ਹੋ ਰਹੇ, ਉਹਨਾਂ ਤੇ ਕੀ ਅਸਰ ਪਏਗਾ? ਉਹ ਕੀ ਲੈ ਕੇ ਜਾਣਗੇ ਉੱਥੋਂ ਵੀ ਸੰਨ 84 ਦੇ ਵੇਲੇ ਜੋ ਹੋਇਆ ਤੇ ਉਦੋਂ ਬਾਅਦ ਸਿੱਖ ਅਜੇ ਤੱਕ ਉੱਥੇ ਹੀ ਖੜੇ ਵੀ ਉੱਦਾਂ ਹੀ ਡਾਂਗਾਂ ਲਈ ਫਿਰਦੇ ਆ ਜਾਂ ਇਸ ਤਰ੍ਹਾਂ ਦੀਆਂ ਗੱਲਬਾਤ ਲੜਾਈਆਂ ਝਗੜੀ ਕਰਦੇ ਆ। ਉਹਨਾਂ ਦੇ ਮਨ 'ਚ ਉਸ ਵੇਲੇ ਦਾ ਬੈਡ ਪ੍ਰਭਾਵ ਆ ਜਿਹੜਾ ਸਰਕਾਰ ਨੇ ਸਾਡੇ ਤੇ ਹਮਲਾ ਕੀਤਾ ਤੋਪਾਂ ਟੈਂਕਾਂ ਨਾਲ। ਬਹੁਤ ਲੋਕ ਡਰਦੇ, ਦਰਬਾਰ ਸਾਹਿਬ ਨਹੀਂ ਸੀ ਆਉਂਦੇ। ਹੁਣ ਜੇ ਆਉਣ ਲੱਗੇ ਆ ਤੇ ਅਸੀਂ ਉਹਨਾਂ ਨੂੰ ਡਰਾਈਏ? ਇਸ ਕਾਰਨ ਕਰਕੇ ਉਹ ਧਰਨੇ ਮੁਜ਼ਾਹਰਿਆਂ ਦੀ ਜਗ੍ਹਾ ਨਹੀਂ ਆ ਦਰਬਾਰ ਸਾਹਿਬ ਕੰਪਲੈਕਸ। ਇਹ ਜਿਹੜੀ ਗੱਲ ਆ। ਬਾਕੀ ਇਹ ਜਿਹੜੇ ਮਸਲੇ ਜਿੱਦਾਂ ਵੀਰ ਨੇ ਕਿ ਅੰਦਰ ਬਹਿ ਕੇ ਹੱਲ ਨਹੀਂ ਹੋ ਸਕਦੇ। ਜਦੋਂ ਕਮੇਟੀ ਦੇ ਉੱਤੇ ਗੁੱਸਾ ਮੌਜੂਦਾ ਪ੍ਰਬੰਧ ਤੇ ਕਿ ਉਹਨਾਂ ਨੇ ਮਹਾਰਾਜ ਦੇ ਸਰੂਪਾਂ ਦੀ ਸੇਵਾ ਸੰਭਾਲ ਨਹੀਂ ਕੀਤੀ, ਤਾਂ ਫਿਰ ਉਹਨਾਂ ਨੂੰ ਇਸ ਗੱਲ ਦਾ ਜਵਾਬ ਦੇਣਾ ਚਾਹੀਦਾ ਜਾਂ ਨੈਤਿਕਤਾ ਦੇ ਆਧਾਰ ਤੇ ਪਾਸੇ ਹਟ ਜਾਣਾ ਚਾਹੀਦਾ ਸੀਗਾ। ਤਾਂ ਹੀ ਇਲੈਕਸ਼ਨ ਦੀ ਮੰਗ ਹੋ ਰਹੀ ਸੀ, ਤਾਂ ਹੀ ਹੁਣ ਜਿਹੜਾ ਸ਼ਾਇਦ ਕੇਂਦਰ ਸਰਕਾਰ ਨੇ ਜਿਹੜਾ ਚੋਣ ਕਮਿਸ਼ਨਰ ਲਾ ਦਿੱਤਾ ਤੇ ਜਲਦੀ ਉੱਥੇ ਦੀ ਜਿਹੜੀ ਇਲੈਕਸ਼ਨ ਹੋ ਜਾਵੇ ਤੇ ਸੰਗਤਾਂ ਜਿਹੜੀਆਂ ਨੇ ਉਹ ਪ੍ਰਬੰਧ ਸੰਭਾਲ ਲੈਣ ਤੇ ਉਹ ਪ੍ਰਬੰਧ ਤੋਂ ਖਲਾਸੀ ਹੋ ਜਾਵੇ। ਦੂਜੀ ਰਹੀ ਗੱਲ ਬਰਗਾੜੀ ਦੀ, ਜਿਹੜਾ ਵੀਰ ਨੇ ਕਿਹਾ
ਜਿਹੜੀ ਬਰਗਾੜੀ ਦੀ ਗੱਲ ਆ ਬਹੁਤ ਵਾਰੀ ਮੈਂ ਇਹਦਾ ਜਿਹੜਾ ਜਵਾਬ ਆ ਉਹ ਦੇ ਅੱਛਾ ਜੀ। ਚੁੱਕਾ ਵਾਂ। ਔਰ ਇਹਦੀ ਜਿਹੜੀ ਇਹ ਵੀਰ ਨੇ ਕਿਹਾ ਕਿ ਮੇਰਾ ਤੇ ਮੰਡ ਦਾ ਰੌਲਾ ਵੇ, ਸਾਡਾ ਤਾਂ ਕੋਈ ਰੌਲਾ ਹੀ ਨਹੀਂ ਪਿਆ। ਅੱਛਾ ਜਿੰਨੀਆਂ ਜਥੇਬੰਦੀਆਂ ਬਰਗਾੜੀ ਬੈਠੀਆਂ ਸੀ ਮੋਰਚੇ ਦੀ ਸਪੋਰਟ ਤੇ, ਇੱਕ ਵੀ ਜਥੇਬੰਦੀ ਨੇ ਕੋਈ ਐਸੀ ਸਟੇਟਮੈਂਟ ਨਹੀਂ ਦਿੱਤੀ। ਕਈ ਸ਼ਰਾਰਤੀ ਬੰਦੇ ਜਿਹੜੇ ਬਾਹਰੋਂ ਆ ਕੇ ਇਦਾਂ ਦੀ ਸਟੇਟਮੈਂਟ ਦਿੰਦੇ, ਮੇਰਾ ਤੇ ਜਥੇਦਾਰ ਮੰਡ ਦਾ ਇਸ ਤਰ੍ਹਾਂ ਦਾ ਕੋਈ ਵਿਵਾਦ ਨਹੀਂ। ਔਰ ਜਿਹੜੀ ਗੱਲ ਪੈਸੇ ਦੀ ਇਹਨਾਂ ਕਹੀ ਆ ਵੀ ਸ਼੍ਰੋਮਣੀ ਅਕਾਲੀ ਦਲ ਨੇ, ਉਹ ਸ਼੍ਰੋਮਣੀ ਅਕਾਲੀ ਦਲ ਕੀ ਇਲਜ਼ਾਮ ਲਾਊਗਾ ਜਿਹੜਾ ਖੁਦ ਘਿਰਿਆ ਹੋਇਆ ਸਾਰੀਆਂ ਇਹਨਾਂ ਗੱਲਾਂ ਤੇ। ਉਹ ਕਹਿੰਦੇ ਛੱਜ ਦਾ ਬੋਲੇ ਛਾਨਣੀ ਕੋ ਬੋਲੇ, ਔਰ ਉਹਨਾਂ ਨੇ ਤਾਂ ਸਿਰਫ ਇਲਜ਼ਾਮਬਾਜ਼ੀ ਕਰਨੀ ਹੁੰਦੀ ਹੈ। ਇਸ ਤਰ੍ਹਾਂ ਬਹੁਤ ਬੰਦੇ ਆ ਜਿਹੜੇ ਕੋਈ ਜ਼ਮੀਨ ਤਲਾਸ਼ਦੇ, ਕੋਈ ਸਿਆਸੀ, ਕੋਈ ਧਾਰਮਿਕ, ਜਿਹਨੇ ਪਰਸਨੈਲਿਟੀ ਕਲੇਸ਼ ਸਾਡੇ ਨਾਲ ਰੱਖਦੇ ਆ, ਉਹ ਇਦਾਂ ਦੀ ਇਲਜ਼ਾਮਬਾਜ਼ੀ ਕਰਦੇ। ਸਭ ਤੋਂ ਪਹਿਲੀ ਗੱਲ ਤਾਂ ਜਿੰਨੇ ਸਰੋਤੇ ਸੁਣ ਰਹੇ ਆ, ਮੈਂ ਬੇਨਤੀ ਕਰਾਂ ਕਿ ਅੱਜ ਤੱਕ ਮੈਂ ਜਥੇਦਾਰ ਮੰਡ ਅੱਗੇ ਸਵਾਲ ਜ਼ਰੂਰ ਰੱਖੇ ਆ ਬਰਗਾੜੀ ਮੋਰਚੇ ਬਾਰੇ ਕਿ ਉਹਨਾਂ ਨੇ ਕਾਹਲੀ ਕਿਉਂ ਕੀਤੀ, ਜਾਂ ਮਜਬੂਰੀ ਕੀ ਸੀ, ਜਾਂ ਉਹਨਾਂ ਦਾ ਸਮਝੌਤਾ ਕੀ ਹੋਇਆ ਸਰਕਾਰ ਨਾਲ, ਸਾਨੂੰ ਦੱਸੋ, ਜਿਹਦਾ ਉਹਨਾਂ ਨੇ ਅੱਜ ਤੱਕ ਜਵਾਬ ਨਹੀਂ ਦਿੱਤਾ। ਪਰ ਜਥੇਦਾਰ ਮੰਡ ਨੇ ਤਾਂ ਕਦੇ ਕੋਈ ਗੱਲ ਨਹੀਂ ਕਹੀ, ਨਾ ਸਾਡੀ ਕੋਈ ਝਗੜੇ ਦੀ ਗੱਲ। ਇਹ ਤਾਂ ਬਾਹਰੋਂ ਆ ਕੇ ਜਿਹੜੀ ਆ ਜਿਸ ਤਰ੍ਹਾਂ ਕਹਿੰਦੇ ਹੁੰਦੇ ਆ ਜਿਨ੍ਹਾਂ ਦਾ ਕੋਈ ਲੈਗਾ ਦੇਗਾ ਹੀ ਨਹੀਂ ਵਿੱਚ, ਉਹਨਾਂ ਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਨੇ। ਜਿੰਨੀਆਂ ਜਥੇਬੰਦੀਆਂ ਸਪੋਰਟ ਸੀ, ਜਿੰਨੀਆਂ ਜਥੇਬੰਦੀਆਂ ਉੱਥੇ ਬੈਠੀਆਂ ਸੀ, ਉਹਨਾਂ ਨੇ ਕਿਸੇ ਨੇ ਇਦਾਂ ਦੀ ਸਟੇਟਮੈਂਟ ਨਹੀਂ ਦਿੱਤੀ। ਔਰ ਜਥੇਦਾਰ ਮੰਡ ਨੇ ਵੀ ਆਖਰੀ ਦਿਨ, ਜਿਸ ਦਿਨ 9 ਤਰੀਕ ਨੂੰ ਉਹਨਾਂ ਨੇ ਆਪਣਾ ਜਿਹੜਾ ਮੋਰਚੇ ਦਾ ਐਲਾਨ ਕੀਤਾ, ਸਮਾਪਤੀ ਵਾਲੇ ਦਿਨ ਜਦੋਂ ਸਰਕਾਰ ਦੇ ਨੁਮਾਇੰਦੇ ਗਏ, ਉਹਨਾਂ ਨੇ ਵੀ ਕਿਹਾ ਸੀ ਕਿ ਇਸ ਮੋਰਚੇ 'ਚ ਜੋ ਪੈਸਾ ਆਇਆ ਉਹ ਮੇਰੇ ਕੋਲ ਆ ਮੇਰੇ ਕੋਲ ਹਿਸਾਬ ਕਿਤਾਬ ਆ। ਜੋ ਉਹਨਾਂ ਨੇ ਉਹਦੇ ਨਾਲ ਸਹਿਮਤ ਹੋਣਾ ਨਾ ਹੋਣਾ ਮੇਰੀ ਵੱਖਰੀ ਗੱਲ ਆ, ਠੀਕ ਹੈ ਜੀ। ਪਰ ਉਹਨਾਂ ਨੇ ਕਿਹਾ ਸੀ ਵੀ ਇੱਥੇ ਇੰਨੇ ਪੈਸੇ ਆਏ, ਇੰਨੇ ਖਰਚ ਹੋਏ, ਇੰਨੇ ਮੇਰੇ ਕੋਲ ਆ ਤੇ ਆ ਪਏ ਆ। ਇਹ ਪੰਥ ਦੇ 22 ਲੱਖ ਰੁਪਈਆ ਉਹਨਾਂ ਸਟੇਜ ਤੇ ਰੱਖਿਆ ਸੀਗਾ। ਔਰ ਨਾਲ ਉਹਨਾਂ ਕਿਹਾ ਸੀ ਵੀ ਇਸ ਮੋਰਚੇ 'ਚੋਂ ਜਥੇਦਾਰ ਦਾਦੂਵਾਲ, ਜਥੇਦਾਰ ਅਜਨਾਲਾ ਤੇ ਕਿਸੇ ਜਥੇਬੰਦੀ ਨੇ 10 ਰੁਪਏ ਨਹੀਂ ਲਏ। ਅੱਜ ਵੀ ਉਹ ਸਟੇਟਮੈਂਟ ਉਹਨਾਂ ਦੀ ਪਈ ਆ, ਵੀਡੀਓ ਲਿਖਤੀ ਨਹੀਂ, ਵੀਡੀਓ ਆ ਕਿ ਉਹ ਕਹਿੰਦੇ ਇੱਥੋਂ 10 ਰੁਪਏ ਨਹੀਂ ਲਏ। ਤੇ ਹੁਣ ਤੀਜਾ ਬੰਦਾ ਐਵੇਂ ਜਾਣ ਕੇ, ਜਾਂ ਸੁਖਬੀਰ ਜਾਂ ਮਜੀਠੀਆ ਜਾਂ ਕੋਈ ਹੋਰ ਲੱਲੀ ਛੱਲੀ ਉੱਠ ਕੇ ਐਵੇਂ ਇਲਜ਼ਾਮਬਾਜ਼ੀ ਕਰੀ ਜਾਵੇ ਦੁੱਕੀ ਤਿੱਕੀ, ਦਾ ਉਹਦਾ ਕੋਈ ਅਸਰ ਨਹੀਂ ਆ। ਜਿਹੜੀ ਇਹ ਗੱਲ ਆ, ਇਹਦੇ ਬਾਰੇ ਮੈਂ ਬਕਾਇਦਾ ਸੰਗਤ ਦੀ ਕਚਹਿਰੀ 'ਚ, ਮੈਂ ਵਿਦੇਸ਼ਾਂ 'ਚ ਵੀ ਜਾ ਕੇ ਆਇਆ, ਇੰਗਲੈਂਡ ਜਾ ਕੇ ਆਇਆ, 3.5 ਮਹੀਨੇ ਲਾਕਡਾਊਨ 'ਚ ਮੈਂ ਉੱਥੇ ਸੀ, ਵੱਖ-ਵੱਖ ਟੀਵੀ ਚੈਨਲਾਂ ਤੇ ਇੰਟਰਵਿਊ ਹੋਈਆਂ। ਮੈਂ ਜਰਮਨ ਗਿਆ, ਇਟਲੀ ਗਿਆ, ਮੈਂ ਪੰਜਾਬ ਦੀਆਂ ਵੱਖ-ਵੱਖ ਸਟੇਟਾਂ 'ਚ ਗਿਆ। ਮੈਂ ਹਰੇਕ ਜਗ੍ਹਾ ਖੁੱਲ੍ਹੇ ਆਮ ਸੰਗਤ ਨੂੰ ਬੇਨਤੀ ਕੀਤੀ, ਕਿਸੇ ਨੂੰ ਵੀ ਬਰਗਾੜੀ ਮੋਰਚੇ ਬਾਰੇ ਗੱਲ ਕਰਨੀ, ਮੇਰੇ ਨਾਲ ਲਾਈਵ ਬੈਠ ਕੇ ਕਰ ਲਓ। ਉੱਥੇ ਦੇ ਸਮਝੌਤੇ ਬਾਰੇ ਕਰਨੀ, ਉੱਥੇ ਦੇ ਪੈਸੇ ਬਾਰੇ ਕਰਨੀ, ਉਸ ਮੋਰਚੇ ਦੀਆਂ ਪ੍ਰਾਪਤੀਆਂ ਬਾਰੇ ਕਰਨੀ, ਉਹਦੇ ਡਿਸੀਜਨ ਬਾਰੇ ਕਰਨੀ। ਪਰ ਮੇਰੇ ਨਾਲ ਅੱਜ ਤੱਕ ਕਦੇ, ਮੈਂ ਤਾਂ ਅਕਾਲੀ ਦਲ ਨੂੰ ਵੀ ਕਹਿਣਾ, ਮੈਂ ਸੁਖਬੀਰ ਬਾਦਲ ਨੂੰ ਚੈਲੰਜ ਕਰਦਾ, ਤੁਹਾਡੇ ਚੈਨਲ ਰਾਹੀਂ ਕਰਦਾ, ਮਜੀਠੀਏ ਨੂੰ ਕਰਦਾ ਵੀ ਉਹ ਆਉਣ, ਐਵੇਂ ਆਪਣੇ ਕਰਿੰਦਿਆਂ ਨੂੰ ਨਾ ਭੇਜਣ। ਸੁਖਬੀਰ ਆ ਜੇ, ਮਜੀਠੀਆ ਆ ਜੇ, ਉਹਨਾਂ ਦੀ ਹਰ ਗੱਲ ਦਾ ਜਿਹੜਾ ਉਹਨਾਂ ਕਿਹਾ ਸੀ 16 ਕਰੋੜ ਰੁਪਈਏ ਜੀ ਦਾਦੂਵਾਲ ਦੇ ਅਕਾਊਂਟ 'ਚ ISI ਨੇ ਪਾਤੇ, ਮੈਂ ਉਹਦਾ ਜਵਾਬ ਹੀ ਦਊਂਗਾ। ਉਹਨਾਂ ਕਿਹਾ ਸੀ ਜਿਹੜਾ ਨਿਰੰਕਾਰੀਆਂ ਦਾ ਡੇਰਾ ਸੀਗਾ ਮਾਝੇ 'ਚ, ਉਹਦੇ ਤੇ ਹਮਲਾ ਬੰਬ ਧਮਾਕਾ ਬਰਗਾੜੀ ਵਾਲਿਆਂ ਕਰਤਾ, ਉਹਦਾ ਜਵਾਬ ਵੀ ਦਊਂਗਾ। ਉਹਨੇ ਕਿਹਾ ਸੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ 'ਚ ਦਾਦੂਵਾਲ ਦੀ ਗੱਡੀ ਗਈ ਆ ਵਿਧਾਨ ਸਭਾ 'ਚ, ਜਿੱਦਣ ਰਿਪੋਰਟ ਹੋਣੀ ਸੀ ਉਦੋਂ ਇੱਕ ਦਿਨ ਪਹਿਲਾਂ, ਉਹਦਾ ਜਵਾਬ ਵੀ ਮੈਂ ਦਿੱਤਾ। ਤੇ ਉਹ ਝੂਠਾ ਨਿਕਲਿਆ, ਜਿਹੜਾ ਮਜੀਠੀਏ ਨੇ ਟਵੀਟ ਕੀਤਾ ਸੀ ਉਹ ਝੂਠ ਸੀਗਾ। ਔਰ ਜਿਹੜਾ ਅਗਲੇ ਦਿਨ ਸੁਖਬੀਰ ਬਾਦਲ ਵਿਧਾਨ ਸਭਾ 'ਚ ਬੋਲਿਆ ਸੀ, ਉਹਦੇ ਲਈ ਉਹਨੂੰ ਦੋਸ਼ੀ ਕਰਾਰ ਦਿੱਤਾ ਗਿਆ। ਪਰਵਿਲਜ ਕਮੇਟੀ ਦੇ ਕੋਲ ਕੇਸ ਗਿਆ, ਉਹ ਵੱਖਰੀ ਗੱਲ ਕਿ ਉਹ MP ਬਣ ਕੇ ਸੈਂਟਰ 'ਚ ਚਲੇ ਗਿਆ, ਤੇ ਉਹ ਜਿਹੜਾ ਕੇਸ ਇਥੋਂ ਪਰਵਿਲਜ ਕਮੇਟੀ ਨੂੰ ਸੈਂਟਰ 'ਚ ਭੇਜਣਾ ਚਾਹੀਦਾ, ਉਹਦਾ ਝੂਠਾ ਕਰਾਰ। ਇਹ ਸਾਰੀਆਂ ਝੂਠੀਆਂ ਗੱਲਾਂ ਨੇ, ਅਫਵਾਹਾਂ ਨੇ ਸੋਸ਼ਲ ਮੀਡੀਆ ਦੇ ਉੱਤੇ। ਇਹ ਵੀਰ ਨੇ ਵੀ ਉਹ ਸੁਣੀਆਂ ਹੋਣਗੀਆਂ ਜਿਹਨੇ ਸਵਾਲ ਕੀਤਾ, ਮੈਨੂੰ ਲੱਗਦਾ ਕਿ ਉਹਨਾਂ ਦੀ ਤਸੱਲੀ ਹੋ ਗਈ ਹੋਊ। ਨਹੀਂ ਤਾਂ ਤੁਸੀਂ ਮੇਰਾ ਨੰਬਰ ਸੈਂਡ ਕਰ ਦਿਓ ਉਹਨਾਂ ਨੂੰ, ਜਦੋਂ ਮਰਜ਼ੀ ਮੇਰੇ ਨਾਲ ਫੋਨ ਤੇ ਗੱਲ ਕਰਕੇ ਤਸੱਲੀ ਲੈ। ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਜਿੱਥੇ ਅਸੀਂ ਦੇਖੋ ਪੰਥ ਦੀ ਸੇਵਾ ਕਰਦੇ ਆ, ਕੋਈ ਵੀ ਬੰਦਾ ਤੁਰਦੇ ਆ ਠੇਡਾ ਲੱਗ ਜਾਂਦਾ। ਇਹਨਾਂ ਸਾਰੇ ਕੰਮਾਂ 'ਚ ਅਸੀਂ ਕੋਈ ਗਲਤੀ ਨਹੀਂ ਕੀਤੀ, ਪਰ ਫਿਰ ਵੀ ਕੋਈ ਵੀ ਵੀਰ ਲਾਈਵ 'ਚ ਆ ਕੇ ਸਾਨੂੰ ਗਲਤ ਸਾਬਤ ਕਰਦੇ, ਅਸੀਂ ਮਾਫੀ ਮੰਗ ਲਾਂਗੇ ਪੰਥ ਕੋਲੋਂ, ਕੌਮ ਕੋਲੋਂ। ਅਸੀਂ ਪੰਥ ਦੀ ਕੌਮ ਦੀ ਸੇਵਾ ਕਰ ਰਹੇ। ਪਰ ਕੋਈ ਵੀ ਐਸਾ ਬੰਦਾ ਅੱਜ ਤੱਕ ਨਹੀਂ ਆਇਆ। ਇੱਕ ਆਇਆ ਸੀਗਾ ਜਿਹੜਾ ਉਹ ਮੋਰਚੇ ਦਾ ਹਿੱਸਾ ਨਹੀਂ ਸੀ, ਉਹਦੀ ਇਹੋ ਜਿਹੀ ਤਸੱਲੀ ਕਰਾਈ, ਮੁੜ ਕੇ ਮੇਰੇ ਨਾਲ ਲਾਈਵ ਨਹੀਂ ਬੈਠਿਆ। ਇੱਕ ਤੁਸੀਂ ਬਰਗਾੜੀ ਮੋਰਚਾ ਤੁਸੀਂ ਕਿਹਾ ਵੀ ਮੰਡ ਸਾਹਿਬ ਹੀ ਜਵਾਬ ਦੇ ਸਕਦੇ, ਵੈਸੇ ਤੁਸੀਂ ਮੋਰਚਾ ਲਾਇਆ, ਸਾਲ ਭਰ ਮੋਰਚਾ ਚਲਾਇਆ, ਉਹਦਾ ਬਿਨਾਂ ਰਿਜ਼ਲਟ ਲੋਕਾਂ ਨੂੰ ਇਹ ਹੈਗਾ ਵੀ ਉਹਨੂੰ ਬੰਦ। ਅਸਲ ਜਿਹੜੀ ਕਹਾਣੀ ਹੈ ਨਾ ਜੰਮੂ ਸਾਹਿਬ, ਮੋਰਚੇ ਦੀਆਂ ਪ੍ਰਾਪਤੀਆਂ ਬਹੁਤ ਨੇ। ਜਿਵੇਂ ਪ੍ਰਾਪਤੀਆਂ ਦੇਖੋ, ਪਹਿਲੀ ਗੱਲ ਤਾਂ ਪੁਲਿਸ ਅਣਪਛਾਤੀ ਸੀ, ਪਛਾਣੀ ਗਈ ਮੋਰਚੇ ਕਰਕੇ। ਦੋਸ਼ੀ ਫੜੇ ਗਏ ਸੀਗੇ ਉਸ ਵੇਲੇ, 27-28 ਦੇ ਕਰੀਬ ਦੋਸ਼ੀ ਫੜੇ ਸੀਗੇ। ਉਸ ਤੋਂ ਬਾਅਦ ਜਿਹੜਾ ਸੀਗਾ ਬਰਗਾੜੀ ਮੋਰਚੇ ਕਰਕੇ ਉਹ ਪਰਿਵਾਰਾਂ ਨੂੰ ਮੁਆਵਜ਼ਾ ਮਿਲਿਆ, ਜ਼ਖਮੀਆਂ ਨੂੰ। ਅੱਜ ਤੱਕ ਕਦੇ ਇਹੋ ਜੀ ਸਿੱਖ ਦੁਰਘਟਨਾ ਦੇ ਵਿੱਚ ਕਿਸੇ ਪਰਿਵਾਰ ਨੂੰ ਕਰੋੜ ਰੁਪਈਆ ਮਿਲਿਆ? ਤੁਸੀਂ ਦੱਸ ਦਿਓ ਜੰਮੂ ਜੀ, ਸਨ 47 ਤੋਂ ਲੈ ਕੇ ਹੁਣ ਤੱਕ
ਉਹਨਾਂ ਨੂੰ ਕਰੋੜ ਰੁਪਇਆ ਮੁਆਵਜ਼ਾ, ਇੱਕ ਸਰਕਾਰੀ ਨੌਕਰੀ, ਜ਼ਖਮੀਆਂ ਨੂੰ ਰੁਪਈਏ। ਉਹ ਮੋਰਚੇ ਦੀ ਬਦੌਲਤ ਸੀ ਨਾ, ਉਹ ਮੋਰਚੇ ਦੀ ਬਦੌਲਤ ਸੀ ਅੱਜ ਤੱਕ ਜਿਹੜੀ ਗੱਲ ਚੱਲਦੀ ਆਉਂਦੀ ਹੈ ਕਿ ਉਦੋਂ ਪੁਲਿਸ ਪਛਾਣੀ ਗਈ, ਉੱਥੋਂ ਗੱਲ ਚੱਲੀ ਐਸਐਸਪੀ ਤੋਂ ਆਈਜੀ ਤੋਂ ਡੀਜੀਪੀ ਤੱਕ ਚਲੇਗੀ। ਹੁਣ ਡੀਜੀਪੀ ਤੋਂ ਗਾਂ ਉਪ ਮੁੱਖ ਮੰਤਰੀ ਜਾਂਦੀ ਕਿ ਮੁੱਖ ਮੰਤਰੀ ਜਾਂਦੀ ਹੈ, ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ। ਇਹ ਬਰਗਾੜੀ ਮੋਰਚੇ ਦੀਆਂ ਪ੍ਰਾਪਤੀਆਂ ਔਰ ਜਿਹੜੇ 295 ਇਹਦੇ ਸਰਸੇ ਵਾਲੇ ਕਰਕੇ ਸਿੱਖਾਂ ਤੇ ਸੈਂਕੜੇ ਮੁਕੱਦਮੇ ਦਰਜ ਸੀਗੇ, ਉਹ ਵਾਪਸ ਹੋਣ ਦਾ ਉੱਥੇ ਐਲਾਨ ਜਿਹੜਾ ਹੋਇਆ, ਇਹ ਡਿਸੀਜਨ ਜਿਹੜਾ ਹੋਇਆ ਸਮਾਪਤੀ ਦਾ, ਉਹਦੇ ਨਾਲ ਅਸੀਂ ਸਹਿਮਤ ਨਹੀਂ ਆ। ਪਰ ਜੇ ਤੁਸੀਂ ਕਹੋ ਮੋਰਚੇ ਦੀਆਂ ਪ੍ਰਾਪਤੀਆਂ ਨਹੀਂ, ਉਹ ਮੇਰੇ ਨਾਲ ਜਦੋਂ ਮਰਜ਼ੀ ਕੋਈ ਲਾਈਵ ਬਹਿ ਜੇ ਮੈਂ ਸਾਰੀਆਂ ਗਿਣਾ ਦੂੰਗਾ। ਔਰ ਮੈਂ ਬੇਨਤੀ ਕਰ ਰਿਹਾ ਮੋਰਚੇ ਜਿਹੜਾ ਹੀ ਰਹੀ ਗੱਲ ਤੁਸੀਂ ਕਿਹਾ ਵੀ ਹਾਂ ਜਿਹੜੀ ਗੱਲ ਵੀ ਇਕੱਠਿਆਂ ਨੇ ਲਾਇਆ ਸੀ, ਇਕੱਠਿਆਂ ਨੇ ਸੀਗਾ। ਮੀਟਿੰਗ ਵੀ ਮੇਰੀ ਔਰ ਜਥੇਦਾਰ ਮੰਡ ਦੀ ਔਰ ਜਥੇਬੰਦੀਆਂ ਦੀ ਹੋਈ ਸੀ, ਪਰ ਜਿਹੜਾ ਡਿਸੀਜਨ ਆ ਉਹ ਨਾ ਕਿਸੇ ਜਥੇਬੰਦੀ ਦਾ ਵਾ ਨਾ ਮੇਰਾ। ਉਹ ਜਥੇਦਾਰ ਮੰਡ ਸਾਹਿਬ ਜਿਹੜੇ ਮੋਰਚਾ ਡਿਕਟੇਟਰ ਸੀਗੇ ਔਰ ਉਹਨਾਂ ਨੇ ਕਿਹਾ ਵੀ ਸੀ ਇਹ ਮੇਰਾ ਮੋਰਚਾ, ਮੈਂ ਲਾਇਆ, ਮੇਰੇ ਨਾਲ ਗੱਲ ਕਰੋ। ਅਖੀਰਲੇ ਦਿਨ ਵੀ ਉਹਨਾਂ ਨੇ ਇਹੀ ਐਲਾਨ ਕੀਤਾ, ਉਹ ਕਹਿੰਦੇ ਮੇਰਾ ਮੋਰਚਾ ਮੈਂ ਜਿੱਤ ਕੇ ਲਾਇਆ। ਤੇ ਮੈਂ ਉਹਨਾਂ ਨੂੰ ਸਗੋਂ ਰੋਸ ਵਜੋਂ ਇਹ ਕਿਹਾ ਸੀ, ਮੈਂ ਕਿਹਾ ਤੁਸੀਂ ਜਿੱਤ ਕੇ ਲਾਇਆ ਹੀ, ਹਾਰ ਕੇ ਉੱਠੇ ਆ। ਮੈਂ ਹੀ ਉਹਨਾਂ ਨੂੰ ਸਵਾਲ ਕੀਤਾ, ਕਿਸੇ ਹੋਰ ਨੇ ਨਹੀਂ ਕੀਤਾ। ਸੋ ਇਸ ਕਰਕੇ ਮੇਰੇ ਸਵਾਲ ਅੱਜ ਵੀ ਜਿਉਂਦੇ ਤੇ ਜਥੇਦਾਰ ਮੰਡ ਅੱਗੇ ਖੜੇ ਆ ਕਿ ਜਥੇਦਾਰ ਮੰਡ ਸਾਹਿਬ ਮੈਨੂੰ ਦੱਸਣ ਕਿ ਉਹਨਾਂ ਨੂੰ ਕਾਹਲੀ ਕੀ ਸੀ ਮੋਰਚਾ ਚੱਕਣ ਦੀ, ਉਹਨਾਂ ਦੀ ਮਜਬੂਰੀ ਕੀ ਸੀ, ਜਾਂ ਉਹਨਾਂ ਦਾ ਸਮਝੌਤਾ ਕੀ ਹੋਇਆ ਸਰਕਾਰ ਨਾਲ। ਜਦੋਂ ਤੱਕ ਸਾਡੇ ਨਾਲ ਗੱਲ ਹੋ ਰਹੀ ਸੀ ਉਦੋਂ ਤੱਕ ਤਾਂ 4 ਬੰਦੀ ਸਿੰਘਾਂ ਦੀ ਰਿਹਾਈ, 3 ਸਿੰਘਾਂ ਦੀ ਜੇਲ੍ਹ ਤਬਦੀਲੀ ਹੋ ਰਹੀ ਸੀਗੀ। ਉਹ ਕਾਫੀ ਲੰਬੀ ਚੌੜੀ ਗੱਲਬਾਤ ਲਿਖਤੀ ਸਾਡੇ ਨਾਲ ਹੋ ਰਹੀ ਸੀ। ਪਰ ਜਦੋਂ ਅਸੀਂ ਅੜ ਗਏ ਉਸ ਗੱਲ ਤੇ ਤਾਂ ਸਰਕਾਰ ਨੇ ਸਿੱਧੀ ਜਥੇਦਾਰ ਮੰਡ ਸਾਹਿਬ ਨਾਲ ਕੀ ਗੁਫ਼ਤਗੂ ਕੀਤੀ ਹੈ ਤਾਂ ਜਾਂ ਮੰਡ ਸਾਹਿਬ ਦੱਸ ਸਕਦੇ ਜਾਂ ਕੈਪਟਨ ਸਾਹਿਬ। ਹੁਣ ਜਥੇਦਾਰ ਮੰਡ ਕਹਿੰਦੇ ਆ ਵੀ ਕੈਪਟਨ ਸਾਹਿਬ ਨੇ ਮੇਰੇ ਨਾਲ ਜਿਹੜਾ ਹੈਗਾ ਸਰਕਾਰ ਨੇ ਜਿਹੜੇ ਆ ਉਹ ਬੇਇਨਸਾਫੀ ਕੀਤੀ ਆ, ਝੂਠੇ ਵਾਅਦੇ। ਤਾਂ ਮੈਂ ਕਿਹਾ ਜਥੇਦਾਰ ਮੰਡ ਸਾਹਿਬ ਹੁਣ ਫਿਰ ਮੋਤੀ ਮਹਿਲ ਦੇ ਮੂਹਰੇ ਧਰਨਾ ਲਾ ਦੇਣ। ਫਿਰ ਹੁਣ ਉਹਨਾਂ ਨੂੰ ਚਾਹੀਦਾ ਉਹਨਾਂ ਦੇ ਬਾਰ ਮੂਹਰੇ ਧਰਨਾ ਲਾਉਣ, ਜਾਂ ਉਹਨਾਂ ਮੰਤਰੀ ਸਾਹਿਬਾਨਾਂ ਦੇ ਜਿਹੜੇ ਆਏ ਸੀ ਸਰਕਾਰ ਦੇ ਨੁਮਾਇੰਦੇ, ਕਿਉਂਕਿ ਉਹਨਾਂ ਨੇ ਉਹਨਾਂ ਦੇ ਭਰੋਸੇ। ਅਸੀਂ ਤਾਂ ਕਿਹਾ ਸੀ ਮੰਡ ਸਾਹਿਬ 9 ਤਰੀਕ ਨੂੰ ਇਹ ਆ ਰਹੇ ਆ, ਸਰਕਾਰ ਦੀ ਗੱਲ ਸੁਣ ਲਓ, 16 ਤਰੀਕ ਨੂੰ ਪੰਥ ਦਾ ਇਕੱਠ ਸੱਦ ਲਓ, ਪੰਥ ਦੀਆਂ ਜਥੇਬੰਦੀਆਂ, ਪੰਥ ਦੇ ਸੰਤ ਮਹਾਂਪੁਰਸ਼, ਗੈਰ ਸਿੱਖ ਜਥੇਬੰਦੀਆਂ ਵੀ ਜਿਨ੍ਹਾਂ ਨੇ ਸਮਰਥਨ ਦਿੱਤਾ, ਚਾਹੇ ਉਹ ਧਾਰਮਿਕ ਚਾਹੇ ਰਾਜਨੀਤਿਕ ਆ ਚਾਹੇ ਦੂਜੇ ਧਰਮਾਂ ਦੇ ਲੋਕ ਵੀ ਆ। ਬਰਗਾੜੀ ਇਨਸਾਫ ਮੋਰਚਾ 6.5 ਮਹੀਨੇ ਚੱਲਿਆ, ਜਿਨ੍ਹਾਂ ਲੋਕਾਂ ਸਮਰਥਨ ਦਿੱਤਾ ਸਾਰਿਆਂ ਨੂੰ ਸੱਦੋ 16 ਨੂੰ, ਉਹਨਾਂ ਤੋਂ ਪੁੱਛੋ ਵੀ ਸਰਕਾਰ ਆ ਕੁਛ ਕਹਿ ਰਹੀ ਆ, ਆਪਾਂ ਕਿਵੇਂ ਕਰਨਾ, ਤੁਸੀਂ ਆਪ ਡਿਸੀਜਨ ਨਾ ਦਿਓ। ਪਰ ਉਹ ਨਹੀਂ ਮੰਨੇ। ਉਹਨਾਂ ਦੀ ਕੀ ਗੱਲਬਾਤ ਹੋਈ ਸੀ ਮੈਂ ਅੱਜ ਤੁਹਾਡੇ ਚੈਨਲ ਰਾਹੀਂ ਵੀ ਜਥੇਦਾਰ ਮੰਡ ਸਾਹਿਬ ਨੂੰ ਕਹਿੰਦਾ ਉਹਨਾਂ ਨੂੰ ਲੋਕਾਂ ਨੂੰ ਦੱਸਣੀ ਚਾਹੀਦੀ ਆ। ਉਹ ਕਹਿੰਦੇ ਸਮਾਂ ਆਏ ਤੇ ਮੈਂ ਦੱਸੂਗਾ। ਹੁਣ ਉਹ ਸਮਾਂ ਕਦੋਂ ਆਉਣਾ ਇਹ ਤਾਂ ਜਥੇਦਾਰ ਮੰਡ ਸਾਹਿਬ ਦੱਸ ਸਕਦੇ ਆ। ਪਰ ਇਹ ਮੋਰਚੇ ਦੇ ਪੈਸੇ ਵਿੱਚ ਜਾਂ ਮੋਰਚੇ ਦੇ ਸਮਝੌਤੇ 'ਚ ਬਲਜੀਤ ਸਿੰਘ ਦਾਦੂਵਾਲ ਦਾ 1% ਰੋਲ ਨਹੀਂ ਹੈਗਾ। ਜਥੇਦਾਰ ਜੀ ਇੱਕ ਹੋਰ ਦੱਸੋ, ਜਿਵੇਂ ਇੱਕ ਤਾਂ ਉਹ ਸਜ਼ਾ ਦਾ ਮਾਮਲਾ ਪਾਵਨ ਸਰੂਪਾਂ ਦੇ ਉੱਪਰ ਜਿਹੜੇ ਲਾਪਤਾ ਹੋਏ ਉਹਦੇ ਤੇ, ਦੂਜਾ ਜਿਹੜਾ ਸਵਾਲ ਹੈ ਵੀ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਕਾਫੀ ਨਿਗਾਰ ਆਇਆ, ਕਰਪਸ਼ਨ ਆਈ ਹੈ, ਇਹਨਾਂ ਦਾ ਹੱਲ ਕੀ ਹੋਵੇ? ਦੇਖੋ ਹੱਲ ਤਾਂ ਇਹੀ ਹੈ ਕਿ ਹੁਣ ਇਲੈਕਸ਼ਨ ਆ ਜਿਹੜੀ, ਇਲੈਕਸ਼ਨ ਦੇ ਵਿੱਚ ਆ ਕੇ ਜਿਹੜਾ ਹੈਗਾ ਚੰਗੇ ਬੰਦਿਆਂ ਦੀ ਚੋਣ ਹੋਵੇ। ਜਿਵੇਂ ਪਹਿਲਾਂ ਪਾਰਟੀ ਬਾਜੀ ਦੇ ਵਿੱਚ ਜਿਹੜੇ ਬੰਦੇ ਚੰਗੇ ਨੇ, ਮੈਨੂੰ ਪਤਾ ਲੱਗਿਆ ਵੀ ਕਿਸੇ ਮੈਂਬਰ ਬਾਰੇ ਉਹਨੂੰ 6-7 ਵਾਰੀ ਅਕਾਲ ਤਖਤ ਤੇ ਤਲਬ ਕਰਕੇ ਤਨਖਾਹ ਲਾਈ ਗਈ। ਬਾਦਲ ਕੋਲੇ ਕੋਈ ਇਲਾਕੇ ਦੇ ਸਿਆਣੇ ਸੱਜਣ ਗੁਰਸਿੱਖ ਗਏ, ਜਾ ਕੇ ਕਹਿੰਦੇ ਵੀ ਬਾਦਲ ਸਾਹਿਬ ਇਹਨੂੰ ਤੁਸੀਂ ਆਈ ਵਾਰੀ ਮੈਂਬਰ ਖੜਾ ਦਿੰਦੇ ਆ ਤੇ ਆਹ ਗਲਤੀਆਂ ਕਰਦਾ, ਇਹਨੂੰ ਅਕਾਲ ਤਖਤ ਤੇ ਕਿੰਨੀ ਵਾਰੀ ਸਜ਼ਾ ਲੱਗੀ ਆ, ਤਨਖਾਹ ਲੱਗੀ ਆ। ਤੇ ਅੱਗੋਂ ਕਹਿੰਦੇ ਬਾਦਲ ਹੱਸ ਕੇ ਕਹਿੰਦਾ ਯਾਰ ਤੁਸੀਂ ਚੰਗੇ ਬੰਦੇ ਮੇਰੇ ਕੋਲ ਆਉਂਦੇ ਨਹੀਂ ਆ, ਮੇਰੇ ਕੋਲ ਤੇ ਇਹੋ ਜਿਹੀ ਇਹੀ ਮੈਂ ਬਣਾਉਣੇ ਆ। ਸੋ ਇਸ ਕਰਕੇ ਅਸੀਂ ਕਹਿੰਦੇ ਆ ਵੀ ਬਾਦਲ ਵਾਲਿਆਂ ਨੂੰ ਪਾਸੇ ਕਰਕੇ ਚੰਗੇ ਬੰਦਿਆਂ ਨੂੰ ਹੁਣ ਸੰਗਤ ਲਿਆਊਗੀ ਤੇ ਨਿਗਾਰ ਜਿਹੜਾ ਇਹਦੇ ਠੱਲ ਪੈ ਜੂ। ਗੁਰੂ ਦੇ ਭੈ ਭਾਵਨੀ ਵਾਲੇ ਬੰਦੇ, ਨਿਤਨੇਮੀ, ਜਿਨ੍ਹਾਂ ਨੂੰ ਇਹ ਪੌੜੀ ਨਾ ਹੋਵੇ, ਕਿਉਂਕਿ ਬਹੁਤਿਆਂ ਨੇ ਤਾਂ ਪੌੜੀ ਬਣਾਈ, ਪਹਿਲਾਂ ਸ਼੍ਰੋਮਣੀ ਕਮੇਟੀ ਲੜੋ, ਮੈਂਬਰ ਬਣੋ, ਫਿਰ ਐਮਐਲਏ ਦੀ ਟਿਕਟ ਲਓ, ਮੰਤਰੀ ਬਣੋ। ਸੋ ਇਸ ਤਰੀਕੇ ਨਾਲ ਜਿਹੜਾ ਇਸ ਤਰ੍ਹਾਂ ਦਾ ਇੱਕ ਏਜੰਡਾ ਵੀ ਤਿਆਰ, ਇੱਕ ਲੀਹ ਖਿੱਚੀ ਜਾਵੇ ਕਿ ਜਿਹੜਾ ਧਾਰਮਿਕ ਚੋਣ ਲੜੂ, ਸਿਆਸੀ ਚੋਣ ਨਹੀਂ ਲੜੂ। ਠੀਕ ਹੈ, ਇਹੋ ਜਿਹੇ ਮੈਂਬਰ ਜਿਹੜੇ ਉਹ ਲਿਆਂਦੇ ਜਾਣ ਤੇ ਫਿਰ ਆਪੇ ਨਿਗਾਰ ਦੂਰ ਹੋ ਜਾਊਗਾ। ਹੁਣ ਹਰਿਆਣਾ ਕਮੇਟੀ ਆ, ਦੇਖੋ 5 ਗੁਰੂ ਘਰਾਂ ਦੀ ਸੇਵਾ ਹਰਿਆਣਾ ਕਮੇਟੀ ਦੇ ਕੋਲ ਆ। 3 ਮਹੀਨਿਆਂ ਦੇ ਵਿੱਚ ਤੁਸੀਂ ਆ ਕੇ ਕਦੇ ਵਿਜ਼ਿਟ ਕਰਕੇ ਉੱਥੇ ਤੁਸੀਂ ਦੇਖੋ ਕਿ ਕਿੰਨਾ 3 ਮਹੀਨਿਆਂ 'ਚ ਬਦਲਾਅ ਕਿੰਨਾ ਆ ਗਿਆ। ਤੇ ਅਸੀਂ ਸਾਡੀ ਕੋਸ਼ਿਸ਼ ਆ ਕਿ ਅਸੀਂ ਸਾਰੇ ਮੈਂਬਰਾਂ ਦੇ, ਸੰਗਤਾਂ ਦੇ ਸਹਿਯੋਗ ਨਾਲ ਹੋਰ ਵਧੀਆ ਤਬਦੀਲੀਆਂ ਲਿਆਉਣ ਦੀ ਕੋਸ਼ਿਸ਼ ਕਰਾਂਗੇ। ਔਰ ਇਹ ਛੋਟੇ ਜਿਹੇ ਪ੍ਰਬੰਧ ਦੇ ਵਿੱਚ ਹੀ ਅਸੀਂ ਇੱਕ ਵਧੀਆ ਰੋਲ ਮਾਡਲ ਜਿਹੜਾ ਉਹ SGPC ਨੂੰ ਤੇ ਦਿੱਲੀ ਕਮੇਟੀ ਨੂੰ ਦਿਆਂਗੇ। ਇੱਕ ਹੋਰ ਸਵਾਲ ਜਿਹੜਾ ਹਟ ਕੇ ਇਹਦੇ ਨਾਲੋਂ, ਇਹ ਹਰਿਆਣਾ ਦੇ ਵਿੱਚ ਇੱਕ ਹੋਂਦ ਚਿੱਲੜ ਪਿੰਡ ਹੈ ਜਿਹਦੇ ਵਿੱਚ 1984 ਦੇ ਵਿੱਚ ਸਾਰੇ ਪਿੰਡ ਉਹਦੇ ਜਿਹੜੇ 32 ਸਿੱਖ ਮਾਰੇ ਗਏ ਸੀਗੇ। 31 ਉਸ ਪਿੰਡ ਦੇ ਇੱਕ ਫੌਜੀ ਸੀਗਾ ਜਿਹੜਾ ਟ੍ਰੇਨ ਤੋਂ ਉਤਰ ਕੇ ਭੱਜਿਆ ਸੀਗਾ, ਉਹ ਵੀ ਉੱਥੇ ਮਾਰਿਆ ਗਿਆ ਸੀਗਾ। ਉਸ ਤੋਂ ਇਲਾਵਾ ਜਿਹੜਾ ਗੁੜਗਾਉਂ ਹੈ ਤੇ ਹੋਰ ਕੁਝ ਏਰੀਆ ਉਹਨਾਂ 'ਚ ਸਿੱਖ ਮਾਰੇ ਗਏ ਸੀ। ਜਿਹੜੇ 32 ਸਿੱਖ ਸੀ ਉਹਨਾਂ ਦੀ ਇੱਕ ਸਾਡੇ ਦੋਸਤੀ ਨੇ
ਮਨਵਿੰਦਰ ਸਿੰਘ ਗਿਆਸਪੁਰਾ, ਉਹਨਾਂ ਇੱਕ ਲੜਾਈ ਲੜੀ ਸੀ, ਮੈਂ ਕਈ ਵਾਰੀ ਉੱਥੇ ਗਿਆ ਤੇ ਉਹ ਦਿਨ ਵੀ ਆਉਣ ਵਾਲਾ। ਬਾਕੀਆਂ ਨੂੰ, ਉਹਨਾਂ ਨੂੰ ਜਿਹੜੇ ਰਵਾੜੀ 'ਚ ਮਾਰੇ ਗਏ ਸੀ ਉਹਨਾਂ ਨੂੰ ਮੁਆਵਜ਼ਾ ਮਿਲ ਗਿਆ, ਹੋਰ ਥੋੜ੍ਹੀਆਂ ਬੜੀਆਂ ਸਹੂਲਤਾਂ ਮਿਲ ਗਈਆਂ, ਬਾਕੀਆਂ ਨੂੰ ਨਹੀਂ ਮਿਲੀਆਂ। ਹੁਣ ਉਹਦਾ ਦਿਨ ਆ ਰਿਹਾ ਤੇ ਉਹ ਜਿਹੜੀ ਕਮੇਟੀ ਆ, ਉਹ ਜਿਹੜੀ ਉਹਨਾਂ ਨੇ ਫੈਸਲਾ ਕੀਤਾ ਵੀ ਜਿਹੜਾ ਅਗਲੇ ਦਿਨਾਂ ਦੇ ਵਿੱਚ 2 ਨਵੰਬਰ ਨੂੰ ਉਹਨਾਂ ਨੇ ਹਰਿਆਣੇ ਦੇ ਮੁੱਖ ਮੰਤਰੀ ਦੇ ਖਿਲਾਫ ਧਰਨਾ ਦੇਣ ਦਾ ਜਾਂ ਘਿਰਾਓ ਕਰਨ ਦਾ ਫੈਸਲਾ ਕੀਤਾ। ਤੁਸੀਂ ਕੀ ਸੋਚਦੇ ਹੋ ਜਿੱਦਾਂ ਬਾਕੀਆਂ ਨਾਲ ਇਨਸਾਫ ਨਹੀਂ ਹੋਇਆ? ਉਹਦੇ ਤੇ ਇੱਕ ਗੱਲ ਤਾਂ ਇਹ ਹੈ, ਦੂਜੀ ਉੱਥੇ ਹੋਣ ਚਿੱਲੜ ਦੇ ਵਿੱਚ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਸੀ ਉਦੋਂ ਗਿਆਨੀ ਗੁਰਬਚਨ ਸਿੰਘ ਹੁੰਦੇ ਸੀ, ਉਹਨਾਂ ਨੇ ਇੱਕ ਨੀਂਹ ਪੱਥਰ ਰੱਖਿਆ ਸੀਗਾ। ਜਦੋਂ ਮੈਂ ਸਾਲ ਬਾਅਦ ਦੁਬਾਰਾ ਗਿਆ ਉਹ ਨੀਂਹ ਪੱਥਰ ਟੁੱਟ ਚੁੱਕਾ ਸੀਗਾ, ਅੱਜ ਤੱਕ ਉੱਥੇ ਯਾਦਗਾਰ ਨਹੀਂ ਬਣੀ। ਇਹ 2 ਮਾਮਲਿਆਂ ਬਾਰੇ ਤੁਹਾਡਾ ਕੀ ਕਹਿਣਾ? ਦੇਖੋ ਜੰਮੂ ਜੀ, ਸਭ ਤੋਂ ਪਹਿਲੀ ਗੱਲ ਤੇ ਜਦੋਂ ਹੋਂਦ ਚਿੱਲੜ ਜਗ੍ਹਾ ਲੱਭੀ ਆ ਤੇ ਜਿਹੜਾ ਪਹਿਲਾ ਇਕੱਠ ਹੋਇਆ ਸੀ ਮੈਨੂੰ ਵੀ ਉਹਦੇ 'ਚ ਸੱਦਿਆ ਗਿਆ ਸੀਗਾ। ਅੱਛਾ। ਉਸ ਵੇਲੇ ਫੈਡਰੇਸ਼ਨ ਆਗੂ ਭਾਈ ਕਰਨੈਲ ਸਿੰਘ ਤੇ ਮਨਵਿੰਦਰ ਸਿੰਘ ਗਿਆਸਪੁਰਾ, ਇਹਨਾਂ ਸਾਂਝੇ ਤੌਰ ਤੇ ਉੱਥੇ ਇਕੱਠ ਸੱਦਿਆ ਸੀ ਔਰ ਮੈਂ ਉੱਥੇ ਵਿਜ਼ਿਟ ਕੀਤਾ ਸੀ। ਉੱਥੇ ਜਗ੍ਹਾ ਬਣਾਉਣ ਦਾ ਅਨਾਉਂਸ ਹੋਇਆ ਔਰ ਮੈਂ ਆਪਣੇ ਵੱਲੋਂ ਉੱਥੇ 1 ਲੱਖ ਰੁਪਇਆ ਅਨਾਉਂਸ ਕਰਕੇ ਆਇਆ ਸੀਗਾ। ਜਦੋਂ ਜਗ੍ਹਾ ਬਣ ਲੱਗੇ ਮੇਰੇ ਤੋਂ 1 ਲੱਖ ਰੁਪਇਆ ਸੇਵਾ ਦਾ ਫੜ ਲਿਓ। ਉੱਥੇ ਜਗ੍ਹਾ ਨਹੀਂ ਬਣਾ ਸਕੇ ਉਹ। ਹੁਣ ਜਿਹੜੀ ਆ ਹੁਣ ਹਰਿਆਣੇ ਦੀ ਜ਼ਿੰਮੇਵਾਰੀ ਮੇਰੇ ਕੋਲ ਆ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ। ਮੇਰੇ ਨਾਲ ਪਿਛਲੇ ਦਿਨਾਂ 'ਚ ਗੱਲਬਾਤ ਵੀ ਉਹਨਾਂ ਦੀ ਹੋਈ ਆ, ਤਾਂ ਮੈਂ ਚਾਹੁੰਦਾ ਕਿ ਉੱਥੇ ਜਿਹੜੀ ਯਾਦਗਾਰ ਆ ਉਹ ਬਣਾਈ ਜਾਵੇ। ਹੁਣ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੇ ਸਹਿਯੋਗ ਨਾਲ ਜਿਹੜਾ ਉਹ ਵੀਰਾਂ ਨੇ ਜੋ ਖੋਜ ਕੀਤੀ ਹੈ, ਜੋ ਭਾਲ ਕੀਤੀ ਹੈ, ਜੋ ਉਸ ਵੇਲੇ ਇੱਕ ਕਮਿਸ਼ਨ ਵੀ ਸ਼ਾਇਦ ਟੀਪੀ ਗਰਗ ਸ਼ਾਇਦ ਇਦਾਂ ਦਾ ਨਾਮ ਸੀ ਉਹਦਾ ਬਣਿਆ ਸੀਗਾ, ਹੋ ਗਿਆ ਮਾਮਲਾ ਸਾਰਾ। ਉਹਨੇ ਆਪਣੀ ਰਿਪੋਰਟ ਦਿੱਤੀ, ਉਹਦੇ ਆਧਾਰ ਤੇ ਲੋਕਾਂ ਨੂੰ ਮੁਆਵਜ਼ਾ ਮਿਲਿਆ। ਮੁਆਵਜ਼ਾ ਵੀ ਕਰੋੜਾਂ ਦੇ ਵਿੱਚ ਜਿਹੜੇ ਪੈਸੇ ਮਿਲੇ ਸੀ ਔਰ ਦਿੱਤੇ ਗਏ ਆ। ਮੈਨੂੰ ਉਹ ਗਿਆਸਪੁਰਾ ਨੇ ਵੀ ਦੱਸਿਆ ਸੀਗਾ। ਜਿਹੜੇ ਰਹਿ ਗਏ ਆ ਮੇਰੀ ਕੋਸ਼ਿਸ਼ ਰਹੂਗੀ ਆਪਾਂ ਉਹਨਾਂ ਨੂੰ ਵੀ ਜਿਹੜਾ ਹੈਗਾ ਮਦਦ ਜਿਹੜੀ ਉਹ ਦਵਾਈ, ਕਿਉਂਕਿ ਜਿਹੜੇ ਚਲੇ ਗਏ ਆ ਉਹ ਤਾਂ ਮੁੜ ਨਹੀਂ ਸਕਦੇ, ਪਰ ਉਹਨਾਂ ਦੇ ਪਰਿਵਾਰਾਂ ਦੀ ਜਿਹੜੀ ਮਦਦ ਆ ਉਹ ਕਰਵਾਈ ਜਾਵੇ। ਉਹਦੇ ਲਈ ਜਿੱਦਾਂ ਗਿਆਸਪੁਰਾ ਸਾਹਿਬ ਕਹਿਣਗੇ, ਹਰਿਆਣਾ ਕਮੇਟੀ ਕੋਲੇ ਦੱਸਣਗੇ ਸਾਰੀ ਗੱਲਬਾਤ, ਅਸੀਂ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਉਹਨਾਂ ਦਾ ਸਹਿਯੋਗ ਜਿਹੜਾ ਇਹਦੇ 'ਚ ਕਰਾਂਗੇ। ਦਾਦੂਵਾਲ ਜੀ, ਇੱਥੇ ਅੱਜ ਦੇ ਪ੍ਰੋਗਰਾਮ ਦਾ ਸਾਡਾ ਸਮਾਂ ਜਿਹੜਾ ਉਹ ਸਮਾਪਤ ਹੋ ਰਿਹਾ। ਅਸੀਂ ਤੁਹਾਡਾ ਸਾਡੇ ਸਟੂਡੀਓ 'ਚ ਆਉਣ ਤੇ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੇ ਇੱਥੇ ਹੀ ਅਸੀਂ ਆਪਣੇ ਦਰਸ਼ਕਾਂ ਕੋਲੋਂ ਆਗਿਆ ਲੈਂਦੇ ਹਾਂ। ਧੰਨਵਾਦ ਜੀ ਤੁਹਾਡਾ ਵੀ ਜੰਮੂ ਜੀ, ਔਰ ਗਰਵ ਪੰਜਾਬ ਟੀਵੀ ਦਾ ਵੀ। ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।